हाँ जी। ਸਲੋਕ ਮਹਿਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ। ਸੁੱਚੇ ਅੱਗੇ ਰੱਖਿਓ ਨਾ, ਹੋਏ ਨਾ ਭਿਟਿਓ ਜਾਏ। ਸੁੱਚਾ ਹੋਏ ਕੈ ਜੀਵਿਆ, ਲੱਗਾ ਪੜਨ ਸਲੋਕ। ਹੋਤੀ ਜਾਈ ਸਟਿਆ, ਕਿਸ ਇਹ ਲੱਗਾ ਦੁਖ। हाँ जी। पाठ कुहथी नहीं करना, ਇਹਦਾ ਪਾਠ ਕੁਹਥੀ ਰਹੇਗਾ। ਕੁਹਥੀ ਕੁਥਾਂ ਅਰਥ ਰਹੇਗਾ ਕੁਥਾਂ, ਗੰਦੇ ਥਾਂ ਤੇ। ਤੋ ਇਹਨੂੰ ਅਦਕ ਲਾ ਕੇ ਪਾਠ ਕੁਹਥੀ ਨਹੀਂ ਕਰਾਂਗੇ। ਇਹਦਾ ਪਾਠ ਹੋਏਗਾ ਕੁਹਥੀ ਜਾਈ ਸੱਟਿਆ, ਕਿਸ ਇਹ ਲੱਗਾ ਦੋਖ ਜੀ। ਅੰਨ ਦੇਵਤਾ ਪਾਣੀ ਦੇਵਤਾ, ਵੈ ਸੰਤਰ ਦੇਵਤਾ ਲੂਣਾ। ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ, ਹੁਕਾਂ ਪਈਆਂ ਤਿਤ। ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਹੇ। ਜਿੱਤ ਤੇ ਕਿਉਂ ਰੁਕਦੇ ਹੋ? ਜਿੱਤ ਮੁਖ। ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਹੇ। ਨਾਨਕ ਏਵੈ ਜਾਣੀਐ, ਤਿਤ ਮੁਖ ਤੁਕਾਂ ਪਾਹੇ। ਮਹਿਲਾ ਪਹਿਲਾ। ਸਤਿਗੁਰੂ ਜੀ ਨੇ ਇਸ ਸ਼ਲੋਕ ਦੇ ਰਾਹੀਂ ਸੁਚਮਤਾ ਦਾ, ਪਵਿੱਤਰਤਾ ਦਾ ਇੱਕ ਫੋਕਾ ਜਿਹਾ ਢੰਡੋਰਾ ਪਿੱਟਣ ਵਾਲੇ ਧਰਮ ਦੇ ਉਸ ਆਗੂ ਬ੍ਰਾਹਮਣ ਨੂੰ ਉਹਦੀ ਜੀਵਨ ਸ਼ੈਲੀ ਨੂੰ ਸਾਹਮਣੇ ਰੱਖਦਿਆਂ ਸਤਿਗੁਰੂ ਜੀ ਨੇ ਇੱਥੇ ਵਿਚਾਰ ਸਾਡੇ ਲਈ ਦਿੱਤੇ ਆ। ਮਹਾਰਾਜ ਕਹਿੰਦੇ ਦੇਖੋ ਕਿੰਨੀ ਸੁਚਮਤਾ ਦਾ ਧਿਆਨ ਰੱਖਿਆ, ਕਿੰਨੀ ਸੁਚਮਤਾ ਦਾ, ਬਹੁਤ ਸਖਤ, ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆ। ਸ਼ੁਰੂਆਤ 'ਚ ਮਹਾਰਾਜ ਕਹਿੰਦੇ ਪਹਿਲਾਂ ਸੁੱਚਾ ਆਪ ਹੋਏ, ਪਹਿਲਾਂ ਆਪ ਸੁੱਚਾ ਹੋਇਆ, ਸੁੱਚੇ ਬੈਠਾ ਆਏ, ਸੁੱਚੇ ਚੌਂਕੇ ਵਿੱਚ ਆ ਕੇ ਬਹਿ ਗਿਆ। ਫਿਰ ਕਹਿੰਦੇ ਨੇ ਸੁੱਚੇ ਅੱਗੇ ਰੱਖਿਓਨ, ਕੋਏ ਨਾ ਭਿਟਿਓ ਜਾਏ। ਸੁੱਚੇ ਅੱਗੇ ਰੱਖਿਓਨ, ਜਿਹੜਾ ਪਦਾਰਥ ਰੱਖਿਆ ਜਾਣਾ ਸੀ ਖਾਣ ਪੀਣ, ਉਹ ਇਹਦੇ ਸੁੱਚੇ ਦੇ, ਜਿਹੜਾ ਸੁੱਚੇ ਦੇ ਚੌਂਕੇ ਦੇ ਵਿੱਚ ਇਸ਼ਨਾਨ ਕਰਕੇ ਆਪ ਸੁੱਚਾ ਹੋ ਕੇ ਸੁੱਚੇ ਚੌਂਕੇ 'ਚ ਆ ਕੇ ਬੈਠਾ। ਇਹਦੇ ਅੱਗੇ ਸੁੱਚਾ ਭੋਜਨ ਰੱਖਿਆ ਗਿਆ। ਸੁੱਚੇ ਅੱਗੇ ਰੱਖਿਓਨ, ਕੋਈ ਨਾ ਭਿਟਿਓ ਜਾਏ। ਜਾਏ ਦਾ ਅਰਥ ਹੈ ਥਾਂ, ਕੋਈ ਵੀ ਥਾਂ ਭਿੱਟੀ ਹੋਈ ਨਹੀਂ। ਕਹਿੰਦੇ ਸੁੱਚਾ ਹੋਏ ਕਹਿ ਜੀਵਿਆ, ਲੱਗਾ ਪੜਨ ਸਲੋਕ। ਜੀਵਿਆ ਦਾ ਅਰਥ ਹੈ ਖਾਧਾ, ਬੜੀ ਸੁਚਮਤਾ ਦੇ ਨਾਲ ਖਾਣਾ ਖਾਧਾ। ਫਿਰ ਸਲੋਕ ਪੜਨ ਲੱਗਾ। ਕੋਹਥੀ ਜਾਈ ਸੱਟਿਆ, ਕਿਸੇ ਲੱਗਾ ਦੋਖ। ਬਣਾਉਣ ਵਾਲੇ ਪਵਿੱਤਰ, ਅਨਾਜ ਪਵਿੱਤਰ, ਭਾਂਡੇ ਪਵਿੱਤਰ, ਖਾਣ ਵਾਲਾ ਪਵਿੱਤਰ, ਪਰੋਸਣ ਵਾਲਾ ਪਵਿੱਤਰ, ਜਿੱਥੇ ਬਹਿ ਕੇ ਖਾਧਾ ਜਾਣਾ ਉਹ ਚੌਂਕਾ ਪਵਿੱਤਰ। ਯਾਨੀ ਹਰ ਇੱਕ ਪਾਸੇ ਕੋਈ ਵੀ ਥਾਂ ਐਸਾ ਨਹੀਂ, ਕੋਈ ਵੀ ਇੱਕ ਪੁਆਇੰਟ ਐਸਾ ਨਹੀਂ ਜਿੱਥੇ ਕਿਹਾ ਜਾ ਸਕੇ ਕਿ ਇੱਥੇ ਸੁਚਮਤਾ ਨਹੀਂ ਸੀ। ਹਰ ਇੱਕ ਥਾਂ ਸੁਚਮਤਾ, ਪੂਰਾ ਧਿਆਨ, ਪੂਰੀ ਮਰਿਆਦਾ ਨਾਲ ਸੁਚਮਤਾ ਦੇ ਨਾਲ ਰੱਖਿਆ ਗਿਆ। ਹੁਣ ਸਤਿਗੁਰੂ ਕਹਿੰਦੇ ਇੰਨੀ ਸੁਚਮਤਾ ਦੇ ਨਾਲ ਖਾਣਾ ਤਿਆਰ ਕੀਤਾ, ਪਾਇਆ ਕਿੱਥੇ? ਢਿੱਡ 'ਚ।
ਇੰਨੀ ਸੁਚਮਤਾ ਦੇ ਨਾਲ ਖਾਣਾ, ਇੰਨੀ ਸੁਚਮਤਾ ਦਾ ਰੌਲਾ ਰਿਹਾ, ਤੇ ਪਾਇਆ ਕਿੱਥੇ? ਢਿੱਡ 'ਚ। ਕੋਹਥੀ ਇਸ ਗੰਦੇ ਥਾਂ 'ਚ ਸੁੱਟ ਲਿਆ। ਕਿਸੇ ਲੱਗਾ ਦੋਖ? ਇਹ ਦੋਸ਼ ਕਿਹਨੂੰ ਲੱਗਾ? ਇੰਨੀ ਪਵਿੱਤਰਤਾ ਰੱਖਣ ਤੋਂ ਬਾਅਦ ਜੇ ਕੋਈ ਇਸ ਪਵਿੱਤਰਤਾ ਦੇ ਵਿੱਚ ਵਿਘਨ ਪਾਵੇ, ਕੋਈ ਹੱਥ ਲਾਵੇ, ਕੋਈ ਨੀਵੀਂ ਜ਼ਾਤ ਦਾ ਆ ਜਾਏ, ਤੇ ਕਿਹਾ ਜਾਂਦਾ ਹੈ ਕਿ ਇਹਦਾ ਦੋਸ਼ ਹੈ। ਸਤਿਗੁਰੂ ਕਹਿੰਦੇ ਹੁਣ ਕੋਈ ਵੀ ਥਾਂ, ਕੋਈ ਵੀ ਐਸਾ ਸਿਲਸਿਲਾ, ਕੋਈ ਭਾਂਡੇ, ਅਨਾਜ ਵਰਤਾਉਣ ਵਾਲਾ, ਫੜਾਉਣ ਵਾਲਾ, ਪਕਾਉਣ ਵਾਲਾ, ਖਾਣ ਜਿੱਥੇ ਬਹਿ ਕੇ ਖਾਧਾ ਜਾਣ, ਕੋਈ ਐਸੀ ਚੀਜ਼ ਨਹੀਂ ਜਿੱਥੇ ਕੋਈ ਭਿੱਟ ਹੋਵੇ, ਸਭ ਸੁਚਮਤਾ ਹੈ। ਹੁਣ ਖਾਣਾ ਖਾਣ ਵਾਲੇ ਨੇ ਕਹਿੰਦੇ ਉਹ ਖਾਣਾ ਜਿਹੜਾ ਪਵਿੱਤਰ ਢੰਗ ਨਾਲ ਬਣਾਇਆ ਗਿਆ, ਪਵਿੱਤਰ ਥਾਂ ਤੇ ਬਹਿ ਕੇ ਖਾਧਾ ਗਿਆ, ਪਵਿੱਤਰ ਢੰਗ ਨਾਲ ਪਰੋਸਿਆ ਗਿਆ, ਉਹ ਪਾਇਆ ਕਿੱਥੇ? ਧਿਆਨ ਨਾਲ ਦੇਖ। ਕੋਹਥੀ ਜਾਈ ਸੱਟਿਆ ਕਿਸ ਇਹ ਲੱਗਾ ਦੋਖ? ਇਹ ਦੋਸ਼ ਕਿਹਨੂੰ ਲੱਗਾ ਹੋਣਾ? ਜਿਹੜਾ ਖਾਣਾ ਢਿੱਡ 'ਚ ਪੈ ਗਿਆ, ਉਹ ਦੁਬਾਰਾ ਨਾ ਵੇਖਣ ਦੇ, ਨਾ ਉਹ ਖਾਣ ਦੇ, ਨਾ ਉਹ ਸੰਭਾਲਣ ਦੇ ਕਿਸੇ ਵੀ ਕਾਬਲ ਨਹੀਂ ਰਿਹਾ। ਇਹ ਦੋਸ਼ ਹੁਣ ਕਿਹਨੂੰ ਲੱਗਾ? ਫਿਰ ਮਹਾਰਾਜ ਕਹਿੰਦੇ ਨੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਦੇਵਤਿਆਂ ਵਰਗੇ ਉੱਤਮ ਪਦਾਰਥ, ਸੋਹਣੇ ਆ ਪਦਾਰਥ ਪਾ ਕੇ ਇਹ ਖਾਣਾ ਤਿਆਰ ਹੋਇਆ। ਪੰਜਵਾਂ ਪਾਇਆ ਘਿਰਤ, ਇਹਦੇ 'ਚ ਘਿਓ ਵੀ ਪਿਆ, ਉੱਤਮ ਪਦਾਰਥ ਹੈ। ਇਹ ਘਿਓ ਦੀ ਵੀ ਵਰਤੋਂ ਹੋਈ, ਤਾਂ ਹੋਆ ਪਾਕ ਪਵਿੱਤ। ਇਹ ਤਾਂ ਹੀ ਪਵਿੱਤਰ ਮੰਨਿਆ ਗਿਆ ਨਾ, ਤਾਂ ਹੀ ਇੰਨਾ ਸੋਹਣਾ ਭੋਜਨ ਤਿਆਰ ਹੋਇਆ ਨਾ। ਪਰ ਇਹ ਭੋਜਨ ਦਾ ਹਾਲ ਕੀ ਕੀਤਾ ਤੂੰ? ਇਹ ਭੋਜਨ ਨਾਲ ਬੀਤੀ ਕੀ? ਭੋਜਨ ਪਾਇਆ ਕਿੱਥੇ ਤੂੰ? ਕਮਾ ਲਿਆ। ਇੰਨੀ ਸੁਚਮਤਾ ਦਾ ਰੌਲਾ ਪਾਉਣ ਤੋਂ ਬਾਅਦ ਭੋਜਨ ਪਾ ਫਿਰ ਗੰਦੇ ਥਾਂ ਤੇ ਹੀ ਲਿਆ। ਫਿਰ ਸਤਿਗੁਰੂ ਕਹਿੰਦੇ ਨੇ ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਜਦੋਂ ਪਾਪੀ ਮਨੁੱਖ ਨਾਲ ਇਸ ਪਵਿੱਤਰ ਖਾਣੇ ਦੀ ਸੰਗਤ ਹੋਈ ਤਾਂ ਇਹ ਖਾਣਾ ਵੀ ਗੰਦਾ ਹੋ ਗਿਆ। ਇਹ ਖਾਣਾ ਵੀ ਗੰਦਾ ਹੋ ਗਿਆ। ਇਸ ਪਾਪੀ ਤਨ ਨਾਲ, ਇਸ ਪਾਪੀ ਸਰੀਰ ਨਾਲ ਜਦੋਂ ਇਹ ਖਾਣੇ ਦਾ ਸੰਬੰਧ ਬਣਿਆ ਤਾਂ ਇਹ ਖਾਣਾ ਵੀ ਗੰਦਲਾ ਹੋ ਗਿਆ। ਮਹਾਰਾਜ ਕਹਿੰਦੇ ਨੇ ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਸਰੀਰ ਦੇ ਰਾਹੀਂ ਹੋ ਕੇ ਜਿੰਨੀ ਦੇਰ ਤੱਕ ਉਹ ਖਾਣਾ, ਧਿਆਨ ਨਾਲ ਸੁਣਨਾ ਜੀ, ਅਸਲ 'ਚ ਮਹਾਰਾਜ ਕਹਿਣਾ ਕੀ ਚਾਹੁੰਦੇ ਆ। ਜਿੰਨੀ ਦੇਰ ਤੱਕ ਉਹ ਖਾਣਾ ਬਣਿਆ, ਬਣਾ ਕੇ ਰੱਖਿਆ, ਫਿਰ ਪਰੋਸਿਆ, ਉਹ ਖਾਣਾ ਖੁਸ਼ਬੂਆਂ ਛੱਡ ਰਿਹਾ ਸੀ। ਹਰੇਕ ਦੇ ਮੂੰਹ 'ਚ ਉਹ ਸੁਗੰਧੀ ਨਾਲ ਪਾਣੀ ਆ ਰਿਹਾ ਸੀ। ਹਰੇਕ ਨੂੰ ਦੂਰ ਦਰਾਡੇ ਤੱਕ ਪਤਾ ਲੱਗ ਰਿਹਾ ਸੀ ਖਾਣਾ ਬਣਿਆ, ਖਾਣਾ ਬਣ ਰਿਹਾ। ਪਰ ਜਦੋਂ ਸਰੀਰ ਦੇ ਰਾਹੀਂ ਹੋ ਕੇ ਉਹ ਬਾਹਰ ਆਇਆ, ਸਰੀਰ ਦੇ ਰਾਹੀਂ ਹੋ ਕੇ ਬਾਹਰ ਆਇਆ, ਥੁੱਕਾਂ ਪਈਆਂ ਤੇ ਤੋਂ ਥੁੱਕਾਂ ਦੇ ਯੋਗ ਹੀ ਰਹਿ ਗਿਆ। ਉਹ ਥੁੱਕਾਂ ਜੋਗਾ ਹੀ ਰਹਿ ਗਿਆ। ਇੰਨਾ ਪਵਿੱਤਰ, ਇੰਨਾ ਸਵਾਦਲਾ, ਇੰਨਾ ਉੱਤਮ ਪਦਾਰਥ ਖਾਧਾ ਗਿਆ, ਲੇਕਿਨ ਸਰੀਰ ਨਾਲ ਰਲਣ ਤੋਂ ਬਾਅਦ ਉਹ ਗੰਦਗੀ ਥੁੱਕ ਦੇ ਯੋਗ ਰਹਿ ਗਈ। ਦੋ ਲਾਈਨਾਂ ਅਸੀਂ ਅਖੀਰਲੀਆਂ ਹੋਰ ਵੇਖਣੀਆਂ, ਤੇ ਮੈਂ ਇੱਕ ਗੱਲ ਤੁਹਾਡੇ ਨਾਲ ਫਿਰ ਸਾਂਝੀ ਕਰਦਾ। ਮਹਾਰਾਜ ਨੇ ਉਦਾਹਰਣ ਪਵਿੱਤਰਤਾ ਦਾ ਢੰਡੋਰਾ ਪਿੱਟਣ ਵਾਲੇ ਉਸ ਪੰਡਤ ਦੀ, ਬ੍ਰਾਹਮਣ ਦੀ ਲਿਆਂਦੀ, ਤੇ ਮਹਾਰਾਜ ਨੇ ਜਿਹੜਾ ਸਭ ਤੋਂ ਉੱਤਮ ਵਿਚਾਰ ਹੈ ਉਹ ਅਖੀਰਲੀਆਂ ਦੋ ਲਾਈਨਾਂ 'ਚ ਸਾਰਿਆਂ ਲਈ ਸਾਂਝਾ ਕਰ ਦਿੱਤਾ। ਜਿਤ ਮੁਖ ਨਾਮ ਨਾ ਉਚਰੈ। ਜਿਤ ਮੁਖ, ਜਿਹੜੇ ਮੂੰਹ ਨਾਲ ਨਾਮ ਨਹੀਂ ਉਚਰਿਆ ਜਾਂਦਾ, ਨਾਮ ਨਹੀਂ ਪੜਿਆ ਜਾਂਦਾ, ਨਾਮ ਨਹੀਂ ਜਪਿਆ ਜਾਂਦਾ। ਬਿਨ ਨਾਵੇਂ ਰਸ ਖਾਹੇ, ਨਾਮ ਤੋਂ ਬਿਨਾਂ ਜਿਹੜੇ ਰਸ ਕਸ ਖਾਂਦੇ ਆ ਲੋਕ। ਨਾਨਕ ਏਵੇਂ ਜਾਣੀਏ, ਹੇ ਨਾਨਕ ਇਵੇਂ ਹੀ ਜਾਣ ਲਓ, ਇਵੇਂ ਹੀ ਸਮਝ ਲਓ। ਤਿਤ ਮੁਖ ਥੁੱਕਾਂ ਪਾਹੇ, ਜਿੱਦਾਂ ਉਹ ਸਾਰਾ ਭੋਜਨ ਪਵਿੱਤਰ ਸਰੀਰ ਨਾਲ ਰਲਿਆ ਤੇ ਅਖੀਰ ਥੁੱਕਾਂ ਜੋਗ ਰਹਿ ਗਿਆ। ਆ ਜਿਹੜੇ ਨਾਮ ਤੋਂ ਬਿਨਾਂ ਰਸ ਕਸ ਖਾਣ ਵਾਲੇ ਲੋਕ ਹੈ ਨਾ, ਜਿਹੜੇ ਨਾਮ ਵਿਹੂਣੇ ਲੋਕ ਹੈ, ਇਹ ਵੀ ਉਸ ਗੰਦਗੀ ਵਾਂਗੂ ਥੁੱਕਾਂ ਦੇ ਯੋਗ ਹੀ ਹੈ। ਧਿਆਨ ਨਾਲ ਦੇਖਿਓ, ਮਹਾਰਾਜ ਨੇ ਬਹੁਤ ਪਤੇ ਦੀ ਗੱਲ ਕਹੀ। ਜਿਹੜਾ ਖਾਣਾ ਹੈ ਨਾ, ਖਾਣਾ ਜਦੋਂ ਤਿਆਰ ਹੋਇਆ, ਜਦੋਂ ਖਾਣਾ ਤਿਆਰ ਹੋਇਆ, ਉਹ ਖਾਣਾ ਵੇਖਣ ਨੂੰ ਅੱਖਾਂ ਨਾਲ ਸਹੀ ਲੱਗਦਾ ਸੀ, ਜ਼ੁਬਾਨ ਤੇ ਰੱਖਣ ਨਾਲ ਉਹਦੇ 'ਚ ਸਵਾਦ ਸੀ,
ਉਹਦੇ 'ਚ ਤੱਤ ਵੀ ਸੀ, ਉਹਦੇ 'ਚ ਨੱਕ ਰਾਹੀਂ ਸਾਨੂੰ ਪਤਾ ਲੱਗ ਰਿਹਾ ਖੁਸ਼ਬੂ ਵੀ ਸੀ। ਧਿਆਨ ਨਾਲ ਦੇਖਿਓ ਮੋਟੀਆਂ ਗੱਲਾਂ। ਉਹ ਖਾਣਾ, ਉਹਦਾ ਰੰਗ ਸਹੀ ਸੀ, ਉਹ ਖਾਣਾ ਅੱਖਾਂ ਨਾਲ ਵੇਖਣ ਨੂੰ ਚੰਗਾ ਲੱਗਦਾ ਸੀ, ਉਹ ਖਾਣਾ ਨੱਕ ਰਾਹੀਂ ਵੀ ਸਾਨੂੰ ਚੰਗਾ ਲੱਗ ਰਿਹਾ ਸੀ, ਸੁਗੰਧੀ ਠੀਕ ਸੀ। ਉਹ ਖਾਣੇ 'ਚ ਤੱਤ ਵੀ ਬੜੇ ਕਮਾਲ ਦੇ ਸੀ, ਜਿਹੜਾ ਖਾਧਾ ਗਿਆ ਉਹ ਸਾਡੇ ਸਰੀਰ ਨੂੰ ਉਹਨੇ ਤਾਕਤ ਦਿੱਤੀ। ਠੀਕ ਹੈ ਜੀ। ਸਾਡੇ ਸਰੀਰ ਵਿੱਚ ਗਿਆ ਤੇ ਸਾਡੇ ਸਰੀਰ ਨੇ ਉਹਦੇ ਵਿੱਚੋਂ ਸਾਰਾ ਜਿੰਨਾ ਤੱਤ ਸੀ ਉਹ ਨਿਚੋੜ ਲਿਆ, ਕੱਢ ਲਿਆ। ਸਰੀਰ ਤੋਂ ਬਾਹਰ ਆਉਣ ਵੇਲੇ ਨਾ ਉਹਦਾ ਉਹ ਰੰਗ ਸੀ, ਨਾ ਉਹਦਾ ਉਹ ਸਵਾਦ ਸੀ, ਨਾ ਉਹਦੀ ਉਹ ਸੁਗੰਧੀ ਸੀ, ਨਾ ਹੀ ਉਹਦੇ ਵਿੱਚ ਉਹ ਤੱਤ ਰਹਿ ਗਏ ਸੀ। ਉਹ ਸੀ ਫੋਕ, ਉਹ ਸੀ ਫੋਕ। ਉਹ ਜਿਹੜਾ ਫੋਕ ਗੰਦਗੀ ਦੇ ਰੂਪ ਚ ਬਾਹਰ ਨਿਕਲਿਆ ਨਾ, ਉਹ ਥੁੱਕਾਂ ਜੋਗੀ ਸੀ, ਉਹਦੇ ਚ ਹੈ ਨਹੀਂ ਸੀ ਕੁਝ ਵੀ। ਹੁਣ ਸਤਿਗੁਰੂ ਕਹਿੰਦੇ ਜਿਹੜੇ ਜੀਵਨ ਚੋਂ ਗੁਣਾਂ ਦੀ ਸੁਗੰਧੀ ਮੁੱਕ ਜਾਏ, ਜਿਹੜੇ ਜੀਵਨ ਚੋਂ ਤੱਤ ਮੁੱਕ ਜਾਏ, ਜਿਹੜੇ ਜੀਵਨ ਚੋਂ ਨਾਮ ਦਾ ਰਸ ਮੁੱਕ ਜਾਏ, ਇਹ ਜੀਵਨ ਥੁੱਕਾਂ ਜੋਗੀ ਆ। ਜਿਵੇਂ ਉਸ ਖਾਣੇ ਦੇ ਵਿੱਚ ਉਹ ਚੀਜ਼ਾਂ ਨਹੀਂ ਰਹਿ ਗਈਆਂ ਜਿਹੜੀਆਂ ਖਾਣ ਤੋਂ ਪਹਿਲਾਂ ਸੀ, ਉਹ ਸਾਡੇ ਸਰੀਰ ਨੇ ਨਿਚੋੜ ਲਈਆਂ, ਕੱਢ ਲਈਆਂ। ਔਰ ਜਿਹੜੇ ਜੀਵਨ ਦੇ ਵਿੱਚ ਆਹ ਸਾਰੀ ਕੁਆਲਿਟੀ ਨਹੀਂ ਰਹੇਗੀ ਨਾ, ਗੁਣਾਂ ਦੀ ਸੁਗੰਧੀ, ਗੁਰੂ ਦਾ ਦਿੱਤਾ ਤਤ ਸਿਧਾਂਤ, ਉਹ ਥੁੱਕਾਂ ਜੋਗੀ ਹੈ। ਪਰ ਕੱਲ ਅਸੀਂ ਸ਼ਲੋਕ ਪੜ੍ਹਦਿਆਂ ਯਾਦ ਕੀਤਾ ਸੀਗਾ, ਮਹਾਰਾਜ ਨੇ ਉੱਥੇ ਬਹੁਤ ਕਮਾਲ ਦੀ ਗੱਲ ਕਹੀ ਸੀ। ਆਖਿਆ ਸੀ, ਜੇ ਤੇਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਤੇਰੇ ਸਾਰੇ ਸਮੁੱਚੇ ਜੀਵਨ ਨੇ ਧਰਮ ਨੂੰ ਨਹੀਂ ਗ੍ਰਹਿਣ ਕੀਤਾ ਨਾ, ਤਾਂ ਚੇਤਾ ਰੱਖੀ, ਭਲਕੇ ਥੁੱਕ ਪਵੇ ਨਿਤ ਦਾੜੀ। ਇਹ ਥੁੱਕ ਤੇਰੇ ਉੱਤੇ ਪੈਂਦਾ ਹੀ ਰਹੇਗਾ। ਔਰ ਥੁੱਕ ਪੈਣ ਦਾ ਮਤਲਬ ਹੈ ਬੇਇੱਜ਼ਤੀ। ਤੂੰ ਬੇਇੱਜ਼ਤ ਹੁੰਦਾ ਹੀ ਰਹੇਗਾ, ਨੀਵਾਂ ਹੀ ਰਹੇਗਾ, ਨਿਰਾਸ਼ ਹੀ ਰਹੇਗਾ, ਚੱਜ ਨਾਲ ਧੌਣ ਉੱਚੀ ਕਰਕੇ ਮਾਣ ਨਾਲ ਜ਼ਿੰਦਗੀ ਜੀ ਨਹੀਂ ਸਕੇਗਾ। ਔਰ ਇਹਨੂੰ ਇੱਥੇ ਚੇਤਾ ਰੱਖਿਓ, ਸਤਿਗੁਰੂ ਨੇ ਉਦਾਹਰਣ ਜ਼ਰੂਰ ਸੁੱਚੇ ਹੋਣ ਵਾਲੇ ਪੰਡਤ ਦੀ ਵਰਤੀ ਹੈ। ਸੁੱਚਾ ਭੋਜਨ ਵੀ ਉਹਨੇ ਖਾਧਾ, ਸੁੱਚੇ ਥਾਂ ਤੇ ਬਹਿ ਕੇ ਖਾਧਾ, ਪਰ ਅਖੀਰ ਲਿਆਂਦਾ ਇੱਥੇ ਹੈ, ਜਿਹੜੇ ਜੀਵਨ ਰਸ ਵਿਹੂਣੇ ਹੋ ਜਾਂਦੇ ਆ, ਨਾਮ ਵਿਹੂਣੇ ਹੋ ਜਾਂਦੇ ਆ, ਗੁਣਾ ਵਿਹੂਣੇ ਹੋ ਜਾਂਦੇ ਆ, ਉਹਨਾਂ ਸਮੁੱਚੇ ਜੀਵਨਾਂ ਦੇ ਉੱਤੇ ਥੁੱਕਾਂ ਪੈਂਦੀਆਂ ਹੀ ਰਹਿੰਦੀਆਂ, ਉਹ ਥੁੱਕਾਂ ਜੋਗ ਹੋ ਹੀ ਜਾਂਦੇ ਆ ਜੀ। ਪਹਿਲਾ ਭੰਡ ਜੰਮੀਐ, ਭੰਡ ਨਿਮੀਐ, ਭੰਡ ਮੰਗਣ ਦੀਆ, ਭੰਡੋਂ ਹੋਵੇ ਦੋਸਤੀ, ਭੰਡੋਂ ਚੱਲੈ ਰਾਹ, ਭੰਡ ਮੁਆ ਭੰਡ ਭਾਲੀਐ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ, ਜਿਤ ਜਮੈ ਰਾਜਾਨ। ਹਾਂ, ਸਤਿਗੁਰੂ ਜੀ ਨੇ ਅੱਜ ਜਿੰਨੇ ਮਰਜ਼ੀ ਲੋਕ ਦਾਅਵੇ ਕਰ ਲੈਣ, ਕੋਈ ਕਹਿੰਦਾ ਔਰਤਾਂ ਲਈ ਅਸੀਂ ਇੰਨੀ ਰਿਜ਼ਰਵੇਸ਼ਨ ਰੱਖ ਲਈ ਹੈ, ਇੰਨੀਆਂ ਸੀਟਾਂ ਰੱਖ ਲਈਆਂ, ਕੋਈ ਕਹਿੰਦਾ ਔਰਤਾਂ ਨੂੰ ਆਹ ਹੱਕ ਦੇ ਦਿੱਤਾ, ਆਹ ਹੱਕ ਦੇ ਦਿੱਤਾ, ਪਰ ਕੋਈ ਨਹੀਂ ਸੀ ਗੱਲ ਕਰਦਾ, ਕੋਈ ਨਹੀਂ ਸੀ ਗੱਲ ਕਰਦਾ। ਤੁਸੀਂ ਗੁਰਮਤ ਦੇ ਇਸ ਪੀਰੀਅਡ ਤੋਂ, ਜਿੱਥੋਂ ਇਹ ਸ਼ੁਰੂ ਹੋ ਰਿਹਾ, ਉਹ ਤੋਂ ਪਹਿਲਾਂ ਲੱਭ ਕੇ ਵਿਖਾਓ ਕੋਈ ਗੱਲ। ਔਰ ਸਾਰੇ ਇੱਕ ਮਤ ਸੀ। ਜੇ ਰਾਜਨੀਤੀ ਇਦਾਂ ਦੀ ਸੀ ਤੇ ਧਰਮ ਉਸ ਰਾਜਨੀਤੀ ਦੇ ਉੱਤੇ ਮੋਹਰ ਲਾਉਂਦਾ ਸੀ, ਜੋ ਹੋ ਰਿਹਾ ਠੀਕ ਹੋ ਰਿਹਾ। ਔਰਤਾਂ ਨੂੰ, ਮੇਰੀਆਂ ਭੈਣਾਂ ਮਾਵਾਂ ਬੈਠੀਆਂ ਨੇ, ਔਰਤਾਂ ਨੂੰ ਪਤੀ ਦੇ ਨਾਲ ਜਿਉਂਦਿਆਂ ਧੱਕੇ ਨਾਲ ਸਾੜ ਦੇਣਾ, ਸਤੀ ਪ੍ਰਥਾ। ਔਰ ਪੂਰੀ ਦੁਨੀਆ ਦੇ ਸਾਹਮਣੇ ਸਾਰਾ ਵਰਤਾਰਾ ਵਰਤ ਰਿਹਾ। ਵੇਖੋ, ਜੰਮਣਾ ਮਰਨਾ ਤਾਂ ਬਣਿਆ ਹੀ ਹੈ, ਇਹ ਤਾਂ ਬਣਿਆ ਹੀ ਹੈ। ਔਰ ਜਿੱਥੇ ਮੌਤ ਹੋ ਰਹੀ ਹੈ, ਉੱਥੇ ਪਤਨੀ ਨੂੰ ਉਹਦੇ ਨਾਲ ਹੀ ਸਾੜਿਆ ਜਾ ਰਿਹਾ। ਤੇ ਤੁਸੀਂ ਦੱਸੋ, ਚੰਗੇ ਭਲੇ ਬੰਦੇ ਨੂੰ ਜੇ ਅੱਗ 'ਚ ਸੁੱਟ ਕੇ ਸਾੜੋਗੇ ਤੇ ਉਹ ਕੋਈ ਭਲੀ ਗੱਲ ਤਾਂ ਨਹੀਂ ਨਾ। ਦੂਜੀ ਗੱਲ, ਉਹ ਸੌਖਾ ਕੰਮ ਤਾਂ ਨਹੀਂ ਨਾ ਹੈਗਾ। ਇੱਕ ਚੰਗੇ ਭਲੇ ਬੰਦੇ ਦਾ ਅੱਗ ਵਿੱਚ ਬਹਿ ਕੇ ਸੜਨਾ ਤੇ ਬਰਦਾਸ਼ਤ ਕਰਨਾ, ਉਸ ਅੱਗ ਨੂੰ ਸੜਨਾ, ਉਹਦੇ 'ਚ ਜਿਉਂਦਿਆਂ। ਇੱਕ ਆ ਵੀ ਗੁੱਸੇ 'ਚ ਬੰਦੇ ਨੇ ਅੱਗ ਲਾ ਲਈ, ਸੜ ਗਿਆ।
ਹੈ ਤਾਂ ਉਹ ਵੀ ਮਾੜੀ ਗੱਲ। ਗੁੱਸੇ ਚ ਲਾ ਲਈ, ਜਦੋਂ ਗੁੱਸਾ ਚੜ੍ਹਦਾ ਹੈ ਨਾ ਉਦੋਂ ਦਿਮਾਗ ਸੋਚਣਾ ਬੰਦ ਕਰ ਦਿੰਦਾ। ਇਹ ਕਿਹਾ ਕਿ ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ, ਉਹਨੂੰ ਰਾਜੀ ਕੀਤਾ ਜਾ ਰਿਹਾ ਹੈ, ਮਨਾਇਆ ਜਾ ਰਿਹਾ ਹੈ ਕਿ ਤੂੰ ਆਪਣੀ ਮਰਜ਼ੀ ਨਾਲ, ਆਪਣੀ ਇੱਛਾ ਨਾਲ, ਸਵੈ ਇੱਛਾ ਨਾਲ ਇਹਦੇ ਵਿੱਚ ਬਹਿ ਜਾ। ਸੌਖਾ ਕੰਮ ਆ। ਇਤਿਹਾਸ ਪੂਰਾ ਫੋਲ ਕੇ ਦੇਖਿਓ, ਜਿੱਧਰ ਮਰਜ਼ੀ ਨਾ ਕੋਈ ਰਾਜਨੇਤਾ ਬੋਲਿਆ ਔਰ ਨਾ ਕੋਈ ਧਾਰਮਿਕ ਬੋਲਿਆ। ਧਰਮ ਨੇ ਸਗੋਂ ਇਸ ਪ੍ਰਥਾ ਦੇ ਉੱਤੇ ਮੋਹਰ ਡਟ ਕੇ ਲਾਈ ਕਿ ਇਹ ਕੰਮ ਇਦਾਂ ਹੀ ਹੋਣਾ ਚਾਹੀਦਾ ਹੈ, ਮਰਜ਼ਾਦਾ ਆ, ਇਹਦੇ ਨਾਲ ਹੀ ਧਰਮ ਤੇ ਸੰਸਾਰ ਵਧੀਆ ਰਹੇਗਾ। ਪਰ ਭੈਣੋ ਮਾਣ ਕਰਿਓ, ਪਹਿਲੀ ਵਾਰ ਸੀ ਜਿੱਦਣ ਗੋਇੰਦਵਾਲ ਅਕਬਰ ਗੁਰੂ ਅਮਰਦਾਸ ਜੀ ਦੇ ਕੋਲ ਬੈਠਾ ਸੀ ਔਰ ਗੁਰੂ ਅਮਰਦਾਸ ਜੀ ਨੂੰ ਉਹਨੇ ਪੁੱਛਿਆ ਸੀ, ਮਹਾਰਾਜ ਮੇਰੇ ਕਰਨ ਗੋਚਰੇ ਕੋਈ ਕੰਮ, ਮੈਨੂੰ ਕੋਈ ਸੇਵਾ ਲਾਓ, ਮੈਂ ਤੁਹਾਡੇ ਲੰਗਰ 'ਚ ਤੁਹਾਡੀਆਂ ਸੰਗਤਾਂ ਦੀ ਕੋਈ ਸੇਵਾ ਕਰ ਸਕਾਂ। ਔਰ ਮਹਾਰਾਜ ਨੇ ਕਿਹਾ ਸੀ, ਨਹੀਂ, ਲੰਗਰ ਵਧੀਆ ਚੱਲ ਰਿਹਾ, ਸੰਗਤ ਕੋਈ ਕਮੀ ਨਹੀਂ ਆਉਣ ਦਿੰਦੀ, ਕਰਨ ਵਾਲੇ ਕੰਮ ਬਹੁਤ ਹੈ, ਜ਼ਰੂਰੀ ਹੈ। ਆ ਸਤੀ ਪ੍ਰਥਾ ਤੇਰੇ ਰਾਜ ਵਿੱਚ ਹੋ ਰਹੀ, ਤੈਨੂੰ ਦਿਸਦੀ ਨਹੀਂ? ਔਰ ਅਕਬਰ ਨੇ ਕਿਹਾ, ਮਹਾਰਾਜ ਕੀ ਤੁਸੀਂ ਚਾਹੁੰਦੇ ਹੋ ਬੰਦ ਹੋ ਜਾਏ? ਮਹਾਰਾਜ ਕਿਹਾ, ਬਿਲਕੁਲ, ਧੀਆਂ ਨੂੰ ਜਿਉਣ ਦਾ ਹੱਕ ਨਹੀਂ? ਪਤੀ ਮਰ ਗਿਆ ਫਿਰ ਕੀ ਹੋਇਆ? ਚੜ੍ਹਾਈ ਕਰ ਗਿਆ, ਕਰਤੇ ਦੀ ਰਜ਼ਾ ਵਿੱਚ ਜੋ ਹੋ ਗਿਆ ਹੋ ਗਿਆ। ਇੱਕ ਤਾਂ ਕਿਸੇ ਕਾਰਨ ਵਸ ਕੋਈ ਅਕਾਲ ਚਲਾਣਾ ਕਰ ਗਿਆ, ਦੂਜਾ ਬਿਨਾਂ ਕਾਰਨ ਹੀ ਤੁਸੀਂ ਸਾੜੀ ਜਾ ਰਹੇ ਹੋ। ਔਰ ਅਕਬਰ ਨੇ ਕਿਹਾ ਸੀ, ਮਹਾਰਾਜ ਇਹ ਕੰਮ ਇੱਥੇ ਗੋਇੰਦਵਾਲ ਨਹੀਂ, ਮੈਂ ਦਿੱਲੀ ਜਾ ਰਿਹਾ, ਜਾਂਦਿਆਂ ਹੀ ਸਭ ਤੋਂ ਪਹਿਲ ਦੇ ਆਧਾਰ ਤੇ ਮੈਂ ਆਪਣਾ ਸਾਰਾ ਦਰਬਾਰ ਸੱਦ ਕੇ ਇੱਕ ਕਾਨੂੰਨ ਬਣਾਵਾਂਗਾ ਔਰ ਕਾਨੂੰਨੀ ਤੌਰ ਤੇ ਇਸ ਨੂੰ ਸਾਰੇ ਨੂੰ ਬੈਨ ਕਰਾਂਗਾ, ਰੱਦ ਕਰਾਂਗਾ। ਔਰ ਉਹਨੇ ਕੀਤਾ। ਸਭ ਤੋਂ ਪਹਿਲਾਂ ਧੀਆਂ ਨੂੰ ਸੜਨ ਤੋਂ ਰੋਕਣ ਲਈ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿੱਚੋਂ ਕਾਨੂੰਨੀ ਤੌਰ ਤੇ ਅਕਬਰ ਨੂੰ ਮਜਬੂਰ ਕੀਤਾ ਕਿ ਬੰਦ ਕਰ। ਦੂਜੀ ਗੱਲ, ਕੱਲ ਅਸੀਂ ਸ਼ਲੋਕ ਪੜ੍ਹ ਰਹੇ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਨੇਊ ਪਾਉਣ ਲੱਗੇ ਸੀ। ਮਹਾਰਾਜ ਨੇ ਬੜੇ ਸਵਾਲ ਕੀਤੇ ਸੀ, ਮੈਂ ਕੱਲ ਵੀ ਕਿਹਾ ਸੀ। ਔਰ ਉੱਥੇ ਇੱਕ ਸਵਾਲ ਇਹ ਵੀ ਸਾਨੂੰ ਮਿਲ ਰਿਹਾ, ਗੁਰੂ ਨਾਨਕ ਸਾਹਿਬ ਨੇ ਆਖਿਆ, ਜਨੇਊ ਇਹੋ ਹੀ ਪਾ ਲਾਂਗਾ, ਮੇਰੇ ਤੋਂ ਵੱਡੀ ਆ ਮੇਰੀ ਭੈਣ, ਮੈਂ ਵੇਖਿਆ ਮੇਰੀ ਭੈਣ ਦੇ ਗਲ ਜਨੇਊ ਨਹੀਂ ਆ, ਉਹਨੂੰ ਪਾ ਦਿਓ। ਪਹਿਲਾਂ ਤੇ ਵਾਰੀ ਉਹਦੀ ਆ ਨਾ, ਵੱਡੀ ਮੇਰੇ ਤੋਂ 5 ਸਾਲ। ਤੇ ਪੰਡਤ ਨੇ ਕਿਹਾ, ਇਹ ਔਰਤਾਂ ਨੂੰ ਹੱਕ ਨਹੀਂ, ਇਹ ਔਰਤਾਂ ਨੂੰ ਹੱਕ ਨਹੀਂ, ਨਾਨਕੀ ਨੂੰ ਨਹੀਂ ਪਾ ਸਕਦੇ। ਔਰ ਗੁਰੂ ਨਾਨਕ ਨੇ ਆਖਿਆ, ਮੈਂ ਆਪਣੀ ਮਾਂ ਦੇ ਨਾਲ ਰਹਿੰਦਿਆਂ ਵੇਖਿਆ ਹੈ, ਮੇਰੀ ਮਾਂ ਦੇ ਗਲ ਵੀ ਨਹੀਂ। ਆਖਿਆ, ਤੈਨੂੰ ਇੱਕ ਵਾਰੀ ਕਿਹਾ ਔਰਤਾਂ ਨੂੰ ਹੱਕ ਨਹੀਂ, ਔਰਤਾਂ ਨਹੀਂ ਪਾ ਸਕਦੀਆਂ। ਔਰ ਗੁਰੂ ਨਾਨਕ ਨੇ ਕਿਹਾ ਸੀ, ਜਿਹੜਾ ਜਨੇਊ ਮੇਰੀ ਮਾਂ ਤੋਂ, ਮੇਰੀ ਭੈਣ ਤੋਂ ਮੈਨੂੰ ਅਲੱਗ ਕਰਦਾ ਹੈ ਨਾ, ਮੈਂ ਪਾਉਣਾ ਹੀ ਨਹੀਂ। ਇਹਨੂੰ, ਇਸ ਮਾਣ ਨੂੰ ਇੱਕ ਵਾਰੀ ਆਪਣੇ ਅੰਦਰ ਲੈ ਕੇ ਜਾਓ, ਵੇਖੋ ਇਹ ਮਾਣ ਥੋੜਾ ਨਹੀਂ। ਅੱਜ ਅਸੀਂ ਭੁੱਲਦੇ ਜਾ ਰਹੇ ਹਾਂ, ਪਤਾ ਨਹੀਂ ਕਿੱਧਰ ਕਿੱਧਰ ਅਸੀਂ ਉਲਝੇ ਫਿਰਦੇ ਹਾਂ, ਸਾਨੂੰ ਫੈਸ਼ਨ ਨੇ ਮਾਰ ਲਿਆ, ਟੀਵੀ ਸੀਰੀਅਲਾਂ ਨੇ ਮਾਰ, ਕਿੱਧਰ ਕਿੱਧਰ ਅਸੀਂ ਲੱਗ ਗਏ। ਔਰ ਇੱਥੋਂ ਆਹ ਸ਼ਲੋਕ ਪੜ੍ਹ ਰਹੇ ਸਾਂ ਤੇ ਮੈਂ ਸੋਚ ਰਿਹਾ ਸਾਂ ਕਿ ਦੇਖੋ ਕਿੰਨੀਆਂ ਕਮਾਲ ਦੀਆਂ ਗੱਲਾਂ ਮਹਾਰਾਜ ਨੇ, ਨਿੱਕੀਆਂ ਨਿੱਕੀਆਂ ਗੱਲਾਂ ਸਾਡੇ ਸਾਹਮਣੇ ਔਰ ਬੜੀਆਂ ਵੱਡੀਆਂ ਗੱਲਾਂ, ਨਿੱਕੀਆਂ ਗੱਲਾਂ ਪਰ ਬੜੀਆਂ ਵੱਡੀਆਂ ਗੱਲਾਂ। ਔਰਤ, ਇੱਥੋਂ ਤੱਕ ਵੀ ਧਰਮਾਂ ਨੇ ਕਿਹਾ, ਔਰਤ ਮੁਕਤੀ ਨਹੀਂ ਪਾ ਸਕਦੀ, ਔਰਤ ਮਰਦ ਦੇ ਬਰਾਬਰ ਨਹੀਂ ਬਹਿ ਸਕਦੀ। ਔਰਤ ਨੂੰ ਬਾਗਣ, ਨਾਗਣ, ਪੈਰ ਦੀ ਜੁੱਤੀ ਤੇ ਪਤਾ ਨਹੀਂ ਕੀ ਕੁਛ ਕਿਹਾ ਗਿਆ। ਠੀਕ ਹੈ ਜੀ। ਇੱਥੋਂ ਤੱਕ ਵੀ ਜਿੰਨਾ ਢੋਲ ਕੁੱਟਿਆ ਜਾਏ ਵਧੀਆ ਆਵਾਜ਼ ਕੱਢਦਾ ਹੈ, ਜਿੰਨਾ ਪਸ਼ੂ ਕੁੱਟਿਆ ਜਾਏ ਓਨਾ ਵਧੀਆ ਰਹਿੰਦਾ ਹੈ, ਜਿੰਨਾ ਔਰਤ ਨੂੰ ਕੁੱਟਿਆ ਜਾਏ ਤੇ ਦਬਾਇਆ ਜਾਏ ਓਨਾ ਵਧੀਆ ਰਹਿੰਦੀ। ਇਹ ਲਿਖਿਆ ਹੋਇਆ, ਇਹ ਲਿਖਿਆ ਹੋਇਆ। ਔਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੇ ਉਹਨੂੰ ਕਹਿੰਦੇ ਨੇ, ਸਵਾਲ ਕਰਦੇ ਨੇ, ਜੇ ਔਰਤ ਬਾਗਣ ਨਾਗਣ, ਜੇ ਔਰਤ ਪੈਰ ਦੀ ਜੁੱਤੀ ਆ, ਜੇ ਇਹ ਮਾੜੀ ਆ, ਜੇ ਇਹ ਗਿੱਲੀ ਲੱਕੜੀ ਕੋ ਘੁਣ ਲਾਇਆ ਆ, ਠੀਕ ਹੈ ਨਾ,
ਤੇ ਇੱਕ ਔਰਤ ਤੋਂ, ਮਾਂ ਤੋਂ ਪੈਦਾ ਹੋਣ ਵਾਲਾ, ਜੇ ਪੈਰ ਦੀ ਜੁੱਤੀ ਮਾਂ ਆ, ਔਰਤ ਪੈਰ ਦੀ ਜੁੱਤੀ ਆ, ਤੇ ਉਸ ਪੈਰ ਦੀ ਜੁੱਤੀ ਤੋਂ ਪੈਦਾ ਹੋਣ ਵਾਲਾ ਸਿਰ ਦਾ ਤਾਜ ਕਿਵੇਂ ਹੋਇਆ? ਉਸ ਮਾਂ ਤੋਂ ਪੈਦਾ ਹੋਣ ਵਾਲਾ ਸਿਰ ਦਾ ਤਾਜ ਕਿਵੇਂ ਹੋਇਆ? ਪੈਰ ਦੀ ਜੁੱਤੀ ਤੋਂ ਪੈਰ ਦੀ ਜੁੱਤੀ ਪੈਦਾ ਹੋ ਸਕਦੀ ਹੈ ਨਾ। ਇੱਕ ਸ਼ੂਦਰ ਕਿਸੇ ਸ਼੍ਰੋਮਣੀ ਨੂੰ ਜਨਮ ਥੋੜਾ ਦੇ ਸਕਦੀ, ਸ਼ੂਦਰ ਨੂੰ ਹੀ ਜਨਮ ਦੇਗੀ ਨਾ। ਕਿਉਂ ਮਾੜਾ ਕਹਿ ਰਿਹਾ ਉਹਨੂੰ? ਗਲਤ ਕਿਉਂ ਕਹਿ ਰਿਹਾ? ਕੀ ਗਲਤ ਹੈ ਉਹਦੇ ਚ? ਇਨਸਾਨ ਹੈ, ਉਹ ਵੀ ਮਨੁੱਖ ਹੈ, ਤੇਰੇ ਵਾਂਗ ਉਹ ਵੀ ਇੱਕ ਮਨੁੱਖ ਹੈ। ਤੇਰੇ ਵਾਂਗੂ ਉਹਦੇ ਚ ਵੀ ਦਿਲ ਧੜਕਦਾ ਹੈ, ਤੇਰੇ ਵਰਗੀਆਂ ਉਹਦੇ ਚ ਵੀ ਭਾਵਨਾਵਾਂ ਨੇ। ਪਰ ਮਹਾਰਾਜ ਨੇ ਵੇਖੋ ਕਿਹਾ, ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀਆ। ਭੰਡ ਦਾ ਅਰਥ ਹੈ ਇਸਤਰੀ। ਇਸਤਰੀ ਤੋਂ ਹੀ ਜਨਮ ਹੋ ਰਿਹਾ, ਇਸਤਰੀ ਤੋਂ ਹੀ ਬੰਦੇ ਦੇ ਜਨਮ ਦੀ ਸ਼ੁਰੂਆਤ ਹੋ ਰਹੀ ਆ, ਨਿੰਮਿਆ ਜਾ ਰਿਹਾ, ਔਰਤ ਨਾਲ ਹੀ ਮੰਗਣਾ ਹੋ ਰਿਹਾ। ਭੰਡੋਂ ਹੋਵੇ ਦੋਸਤੀ ਭੰਡੋਂ ਚੱਲੇ ਰਾਹ। ਰਿਸ਼ਤੇ, ਇਹ ਸੰਸਾਰ ਦੀ ਉਤਪਤੀ ਜਿੰਨਾ ਇਹ ਔਰਤ ਤੋਂ ਹੀ ਚੱਲ ਰਿਹਾ ਹੈ ਨਾ। ਇਹ ਔਰਤ ਕਰਕੇ ਹੀ ਸਾਰਾ ਕੁਝ ਬਣਿਆ ਹੋਇਆ ਨਾ। ਫਿਰ ਕਹਿੰਦੇ ਨੇ ਭੰਡ ਮੁਆ, ਜੇ ਔਰਤ ਚੜ੍ਹਾਈ ਕਰ ਜਾਏ, ਭੰਡ ਭਾਲੀ ਹੈ, ਫਿਰ ਦੂਜੀ ਔਰਤ ਨਾਲ ਵਿਆਹ ਕਰਵਾ ਲੈਂਦੇ ਹੋ। ਭੰਡ ਮੁਆ ਭੰਡ ਭਾਲੀਐ ਭੰਡ ਹੋਵੇ ਬੰਧਾਨ। ਇਹ ਸਾਰਾ ਸਿਲਸਿਲਾ ਇਸ ਔਰਤ ਤੋਂ ਬਿਨਾਂ ਚੱਲ ਹੀ ਨਹੀਂ ਰਿਹਾ, ਨਹੀਂ ਚੱਲ ਰਿਹਾ। ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਜਿਹੜੀ ਰਾਜਿਆਂ ਨੂੰ, ਮੈਂ ਤੈਨੂੰ ਇਦਾਂ ਵੀ ਕਹਿਣਾ, ਰਾਜਿਆਂ ਨੂੰ ਛੱਡੋ, ਇਹਨੂੰ ਇਦਾਂ ਕਹੀਏ, ਜਿਹੜੀ ਇਸ ਸੰਸਾਰ ਦੇ ਵਿੱਚ ਉਹਨਾਂ ਰੱਜਿਆਂ ਨੂੰ ਜਨਮ ਦਿੰਦੀ ਆ ਨਾ, ਇਹਨੂੰ ਮਾੜਾ ਨਾ ਕਹੋ। ਰਾਜੇ ਦੇ ਬਥੇਰੇ ਹੋਏ, ਕੋਈ ਬੋਲਿਆ ਹੀ ਨਹੀਂ, ਹਿੱਲਿਆ ਹੀ ਨਹੀਂ, ਸਾਹਮਣੇ ਦੁਰਗਤੀ ਹੁੰਦੀ ਰਹੀ, ਕੋਈ ਨਹੀਂ ਹਿੱਲਿਆ। ਔਰ ਉਹ ਸਬਰ ਵਾਲੇ, ਉਹ ਸੰਤੋਖੀ, ਉਹ ਜੀਵਨ ਤੋਂ ਸੰਤੁਸ਼ਟ, ਸੱਚੀ ਜਿਹੜੇ ਜੀਵਨ ਵਿੱਚ ਪੂਰੇ ਲੋਕ ਸੀ ਨਾ, ਉਹਨਾਂ ਨੇ ਇਸ ਨੂੰ ਮਹਿਸੂਸ ਕੀਤਾ, ਦਰਦ ਨੂੰ, ਕਿ ਆ ਕੀ ਹੋ ਰਿਹਾ ਹੈ। ਸਾਡੀ ਘਰ ਵਿੱਚੋਂ ਸਾਡੀ ਧੀ, ਸਾਡੀ ਮਾਂ, ਸਾਡੀ ਭੈਣ ਇਸ ਦੁਰਦਸ਼ਾ ਦਾ ਸ਼ਿਕਾਰ ਹੋ ਰਹੀ ਆ, ਔਰ ਧਰਮ ਮੋਹਰ ਲਾ ਰਿਹਾ ਹੈ। ਰਾਜਨੇਤਾ ਇਹ ਸਾਰੇ ਕਾਨੂੰਨ ਬਣਾ ਕੇ ਰੱਖ ਰਹੇ ਨੇ। ਕੀ ਹੋ ਰਿਹਾ? ਇਹ ਕੀ ਬਣਿਆ ਪਿਆ ਹੈ? ਔਰ ਇਹ ਜਿੱਥੇ ਜਿੰਨੀਆਂ ਭੈਣਾਂ ਤੁਸੀਂ ਬੈਠੀਆਂ ਹੋ, ਇਹ ਸਾਡੀਆਂ ਹੋਰ ਭੈਣਾਂ ਨੂੰ ਵੀ ਘਰਾਂ ਤੱਕ ਪਤਾ ਲੱਗੇ ਕਿ ਆਹ ਜੋ ਕੁਝ ਸਤਿਗੁਰੂ ਜੀ ਨੇ ਸਾਡੇ ਲਈ ਕਿਹਾ, ਇਹ ਮਾਣ ਥੋੜਾ ਨਹੀਂ। ਅੱਜ ਟਾਰਾਂ ਨਾਰੇ ਬਥੇਰੇ ਲੱਗ ਰਹੇ ਆ, ਪਰ ਅਸਲ 'ਚ ਜਦੋਂ ਸ਼ੁਰੂਆਤ ਕੀਤੀ ਗਈ, ਪੂਰਾ ਸਮਾਜ ਇਸ ਆਵਾਜ਼ ਦੇ ਵਿਰੋਧ ਵਿੱਚ ਸੀ। ਤੁਸੀਂ ਦੱਸੋ, ਕੋਈ ਧਰਮ ਦੀ ਚੱਲਦੀ ਮਰਜ਼ਾਦਾ, ਸਦੀਆਂ ਦੀ ਮਰਜ਼ਾਦਾ, ਜਿਹੜੀ ਧਰਮ ਦੀ ਮਰਜ਼ਾਦਾ ਹੋਵੇ, ਉਹਦੇ ਨਾਲ ਛੇੜਛਾੜ ਕਰਨੀ ਸੌਖੀ ਹੈ? ਹਾਂਜੀ ਹਾਂਜੀ। ਘੁੰਡ ਪਰਦੇ ਦੇ ਵਿੱਚ ਔਰਤ ਨੂੰ ਰੱਖਣਾ, ਔਰਤ ਮੂੰਹ ਢੱਕ ਕੇ ਰੱਖੇ, ਪੂਰਾ ਸਰੀਰ ਬਦਨ ਆਪਣਾ ਢੱਕ ਕੇ ਰੱਖੇ, ਪੈਰਾਂ ਤੱਕ। ਕਿਉਂ? ਇਹ ਔਰਤ, ਇਹਦੇ ਵੱਲ ਵੇਖ ਕੇ ਜਿਹੜੇ ਧਰਮੀ ਬੰਦੇ ਆ, ਇਨਸਾਨ ਆ, ਇਹਨਾਂ ਦਾ ਮਨ ਖਰਾਬ ਹੁੰਦਾ ਹੈ। ਮਨ ਤੁਹਾਡਾ ਬੇੜਾ ਕਰਕੇ ਤੁਹਾਡਾ ਖਰਾਬ ਹੁੰਦਾ ਹੈ, ਔਰ ਢੱਕ ਤੁਸੀਂ ਔਰਤ ਨੂੰ ਰਹੇ ਹੋ। ਸਜ਼ਾ ਤੁਸੀਂ ਔਰਤ ਨੂੰ ਦੇ ਰਹੇ ਹੋ। ਤਾਂ ਸਤਿਗੁਰੂ ਜੀ ਨੇ ਇੱਕ ਨਹੀਂ, ਬੜੀਆਂ ਕਮਾਲ ਦੀਆਂ ਗੱਲਾਂ। ਪਰ ਮੈਂ ਇੱਕ ਇਸਤਰੀ ਸੈਮੀਨਾਰ ਦੇ ਵਿੱਚ ਇੱਥੇ ਲੁਧਿਆਣੇ ਕਿਹਾ ਸੀ, ਚੇਤਾ ਕਰਿਓ, ਇਹ ਗੁਰੂ ਨਾਨਕ ਸਾਹਿਬ ਨੇ ਇੰਨੀ ਮਿਹਰ ਕੀਤੀ, ਜੇ ਬੇਬੇ ਨਾਨਕੀ ਨੂੰ ਬਰਾਬਰ ਤੇ ਨਾਲ ਖਿਲਾਰਿਆ, ਉਹਨੇ ਬੇਬੇ ਨਾਨਕੀ ਨੇ ਮੋਢੇ ਨਾਲ ਮੋਢਾ ਗੁਰੂ ਨਾਨਕ ਦੇ ਜੋੜਿਆ। ਔਰ ਗੌਰ ਕਰਿਓ, ਜਿੱਦਣ ਅਸੀਂ ਕਹਿੰਦੇ ਤੇ ਹਾਂ ਕਿ ਮਾਤਾ ਖੀਵੀ ਨੇ ਗੁਰੂ ਅੰਗਦ ਸਾਹਿਬ ਦੇ ਉਸ ਲੰਗਰ ਦੇ, ਖਡੂਰ ਸਾਹਿਬ ਦੇ ਲੰਗਰ ਵਿੱਚ ਬੜੀ ਸੇਵਾ ਕੀਤੀ। ਪਰ ਚੇਤਾ ਰੱਖਿਓ,
ਕਿੱਦਾਂ ਦਾ ਮਾਹੌਲ ਜਾਂ ਕਿੱਦਾਂ ਦਾ ਵਾਤਾਵਰਨ ਜਾਂ ਕਿੱਦਾਂ ਦੀਆਂ ਗੱਲਾਂ ਆਲੇ ਦੁਆਲੇ 'ਚ ਹੁੰਦੀਆਂ ਹੋਣਗੀਆਂ, ਛੱਡਦੇ ਨਹੀਂ ਲੋਕ। ਪਰ ਇੱਧਰ ਵੀ ਗੁਰੂ ਘਰ ਸੀ, ਕਮਾਲ ਸੀ। ਜਿੱਦਣ ਇੱਕ ਖੱਤਰੀਆਂ ਦੀ ਨੂੰਹ ਨੇ ਘੁੰਡ ਚੁੱਕ ਕੇ ਬੰਦਿਆਂ ਦੀ ਪੰਗਤ ਵਿੱਚ ਲੰਗਰ ਵਰਤਾਇਆ ਹੋਏਗਾ। ਕਿਉਂ ਜੀ? ਮਾਤਾ ਖੀਵੀ ਨੇ ਔਰਤ ਨੂੰ ਤਾਂ ਘੁੰਡ ਕੱਢਣ ਦਾ ਆ ਨਾ, ਕਿ ਘੁੰਡ ਕੱਢ ਕੇ ਰੱਖੇ, ਮੂੰਹ ਢੱਕ ਕੇ ਰੱਖੇ। ਜਿੱਦਣ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਦੇ ਅੰਦਰ ਮਾਤਾ ਖੀਵੀ ਨੇ ਮੂੰਹ ਤੋਂ ਪਰਦਾ ਚੁੱਕ ਕੇ ਲੰਗਰ ਵਰਤਾਇਆ ਹੋਏਗਾ। ਇਹ ਠੀਕ ਹੈ, ਗੁਰੂ ਕੇ ਸਿੱਖ ਤਾਂ ਗੁਰੂ ਕੀ ਰਜਾ ਵਿੱਚ ਹੈ, ਪਰ ਬਹੁਤ ਸਾਰੇ ਉਹ ਵੀ ਲੋਕ ਜਿਹੜੇ ਲੰਗਰ ਛਕ ਰਹੇ ਨੇ, ਜਿਹੜੇ ਇਹਨਾਂ ਸਾਰੀਆਂ ਮਰਿਆਦਾ ਦੇ ਸਿਮਰਤੀਆਂ ਦੇ ਬੱਧੇ ਹੋਏ ਨੇ, ਉਹ ਇੱਕ ਦੂਜੇ ਨੂੰ ਹੁੱਜਾ ਨਾ ਮਾਰਦੇ ਹੋਣਗੇ। ਆਵੇ ਆ ਕੀ ਕਰ ਲਿਆ। ਔਰ ਇਹਨਾਂ ਦੇ ਹਾਲਾਤ ਵੇਖਿਆ ਇਹ ਵੀ ਮੈਨੂੰ ਲੱਗਦਾ ਕਦੀ ਕਦੀ ਵੀ ਕਈ ਤਾਂ ਇਹ ਵੀ ਹੋਣੇ ਜਿਹੜੇ ਆਪਣੇ ਪੱਤਲ ਥਾਲੀਆਂ ਚੁੱਕ ਕੇ ਪੰਗਤ ਚੋਂ ਪਾਸੇ ਹੋ ਗਏ ਹੋਣੇ ਵੀ ਇਹਦੇ ਹੱਥੋਂ ਨਹੀਂ ਆਪਾਂ ਲੈਣਾ। ਹੋਇਆ ਹੋਏਗਾ ਇਹ ਅੱਜ ਨਹੀਂ ਛੱਡਦੇ, ਉਦੋਂ ਕਿਦੋਂ ਛੱਡਿਆ ਹੋਏਗਾ ਇਹਨਾਂ ਨੇ। ਇਹ ਚੁੱਪ ਥੋੜਾ ਰਹੇ ਹੋਣਗੇ। ਸਦੀਆਂ ਦੀ ਮਰਿਆਦਾ। ਔਰ ਭੈਣੋ, ਇਸ ਮਾਣ ਨੂੰ ਹਮੇਸ਼ਾ ਮਹਿਸੂਸ ਕਰਿਓ। ਗੁਰੂ ਨਾਨਕ ਦਾ ਪੱਲਾ ਛੱਡਿਓ ਨਾ। ਔਰ ਜਿਹੜੀ ਹਨੇਰੀ 'ਚ ਤੁਹਾਨੂੰ ਲਪੇਟਿਆ ਜਾ ਰਿਹਾ ਨਾ, ਜਿਹੜੀ ਹਨੇਰੀ 'ਚ ਤੁਹਾਨੂੰ ਲਪੇਟਿਆ ਜਾ ਰਿਹਾ, ਖਿਮਾ ਕਰਿਓ, ਇਹ ਹਨੇਰੀ ਜਿਹੜੀ ਲਪੇਟ ਕੇ ਤੁਹਾਨੂੰ ਉੱਥੇ ਹੀ ਲੈ ਕੇ ਜਾਏਗੀ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੱਢਿਆ ਸੀ। ਉਹੀ ਸਿਮਰਤੀ ਦੇ ਬੰਧਾਨ, ਉਹੀ ਤੁਲਸੀਦਾਸ ਦੀਆਂ ਗੱਲਾਂ, ਉਹ ਲਾਗੂ ਦੁਬਾਰਾ ਹੋਣਗੀਆਂ। ਜਿਹੜੇ ਰਾਹ ਤੇ ਉਹ ਤੁਰ ਰਹੇ ਆ ਨਾ, ਉਹ ਰਾਹ ਉਧਰ ਨੂੰ ਹੀ ਫੇਰ ਜਾ ਰਿਹਾ ਹੈ। ਆਮ ਤੌਰ ਤੇ ਤੁਸੀਂ ਅਖਬਾਰਾਂ 'ਚ ਮੀਡੀਆ ਦੇ ਰਾਹੀਂ ਸੁਣਦੇ ਰਹਿੰਦੇ ਹੋ ਕਿ ਜਿਹੜੀ ਇਸ ਵੇਲੇ ਸਰਕਾਰ ਹੈ ਉਹ ਇਸ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਲਈ ਜ਼ੋਰ ਲਾ ਰਹੀ। ਤਾਂ ਉਹ ਜਿਹੜਾ ਹਿੰਦੂ ਰਾਸ਼ਟਰ ਹੈ ਉਹਦੇ 'ਚ ਕੀ ਹੋਣਾ ਤੇ ਕੀ ਲੱਗਣਾ, ਉਹ ਤੁਸੀਂ ਸਾਰੇ ਨੂੰ ਧਿਆਨ 'ਚ ਰੱਖੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀਆਂ ਸਾਡੇ ਲਈ ਰਹਿਮਤਾਂ ਕੀਤੀਆਂ, ਪਰਉਪਕਾਰ ਕੀਤੇ, ਉਹ ਯਾਦ ਰੱਖੀਏ। ਇਹਦੇ 'ਚ ਹੀ ਸਾਡਾ ਭਲਾ ਆ। ਹਾਂਜੀ। ਭੰਡੋਂ ਦੀ ਭੰਡ ਉਪਜੈ, ਭੰਡੈ ਬਾਜ ਨਾ ਕੋਏ, ਨਾਨਕ ਭੰਡੈ ਬਾਹਰਾ, ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਾਲਾਹੀਐ, ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਪੂਜਲੇ। ਇਤ ਸੱਚਾ ਦਰਬਾਰ, ਪੌੜੀ ਸਭ ਕੋ ਆਖੈ ਆਪਣਾ, ਜਿਸ ਨਾਹੀ ਸੋਚਣ ਕਟਿਐ, ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਐ। ਜਾਂ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਗਰਭ ਹੰਡੀਐ। ਮੰਦਾ ਕਿਸੈ ਨਾ ਆਖੀਐ, ਪੜ ਅੱਖਰ ਇਹੋ ਪੁਜੀਐ। ਮੂਰਖੈ ਨਾਲ ਨਾ ਰੁਜੀਐ। ਸ਼ਲੋਕ ਮਹਿਲਾ ਪਹਿਲਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਰਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਾ ਸਟੀਐ, ਮੋਹ ਫੁਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਮਹਿਲਾ ਪਹਿਲਾ। ਫਿੱਕੇ ਦਾ ਅਰਥ ਹੈ ਜੀ ਫਿੱਕਾ ਬੋਲ। ਫਿੱਕਾ ਬੋਲ ਭਾਵ ਉਹ ਗੱਲਬਾਤ, ਉਹ ਬੋਲ ਚਾਲ ਜਿਹਦੇ ਚੋਂ ਸਤਿਗੁਰੂ ਜੀ ਦੇ ਬਖਸ਼ੇ ਗੁਣਾਂ ਦੀ ਅਣਹੋਂਦ ਹੈ, ਜਿਹਦੇ 'ਚ ਜੀਵਨ ਦਾ ਰੌਂ ਨਹੀਂ, ਜਿਹਦੇ 'ਚ ਜੀਵਨ ਦਾ ਰਸ ਨਹੀਂ। ਫਿੱਕੇ ਬੋਲ ਨੇ ਜਿਹਦੇ 'ਚ ਸਵਾਦ ਨਹੀਂ, ਰਸ ਨਹੀਂ।
ਤੇ ਰਸ ਸਵਾਦ ਸਤਿਗੁਰੂ ਦੇ ਗੁਣਾਂ ਦਾ, ਸਤਿਗੁਰੂ ਦੇ ਉਪਦੇਸ਼ ਦਾ, ਕਿਸੇ ਵੀ ਗੱਲਬਾਤ ਸਾਡੇ ਰਹਿਣ ਸਹਿਣ ਉੱਠਣ ਬੈਠਣ ਵਿੱਚੋਂ ਝਲਕੇ। ਅਸੀਂ ਆਮ ਗੱਲਬਾਤ ਕਰਦੇ ਹਾਂ, ਬੰਦਾ ਕਾਰੋਬਾਰ ਕਰ ਰਿਹਾ ਪਰ ਸਾਫ ਸੁਥਰਾ ਕਾਰੋਬਾਰ ਕਰ ਰਿਹਾ, ਸਾਫ ਸੁਥਰਾ, ਕਿਸੇ ਗਾਹਕ ਨਾਲ ਕੋਈ ਵੱਧ ਘੱਟ, ਕੋਈ ਉੱਚਾ ਨੀਵਾਂ ਨਹੀਂ ਕਰਦਾ। ਬੜੇ ਲੋਕ ਨੇ, ਤੁਸੀਂ ਜਾਓਗੇ ਮਿਲੋਗੇ, ਬਹੁਤ ਸਾਰੇ ਲੋਕ ਤੁਹਾਨੂੰ ਮਿਲ ਜਾਣ। ਐਸਾ ਨਹੀਂ ਕਿ ਬੀਜ ਨਾਸ਼ ਹੋ ਜਾਂਦਾ ਹੈ, ਕਦੇ ਵੀ ਨਹੀਂ ਹੁੰਦਾ। ਬਹੁਤ ਲੋਕ ਨੇ, ਸਰਕਾਰੀ ਡਿਪਾਰਟਮੈਂਟ 'ਚ ਵੀ ਤੁਹਾਨੂੰ ਮਿਲ ਜਾਣਗੇ, ਪ੍ਰਾਈਵੇਟ ਥਾਵਾਂ ਤੇ ਵੀ ਕੁਝ ਮਿਲ ਜਾਣਗੇ, ਔਰ ਸਮਾਜ ਵਿੱਚ ਵਪਾਰ ਕਰਨ ਵਾਲਿਆਂ 'ਚ ਵੀ ਤੁਹਾਨੂੰ ਮਿਲ ਜਾਣਗੇ। ਹਰੇਕ ਥਾਂ ਤੇ ਕੋਈ ਨਾ ਕੋਈ ਇਦਾਂ ਤੁਹਾਨੂੰ ਟੱਕਰਦਾ ਰਹੇਗਾ ਜਿਹਦੇ 'ਚ ਰਸ ਨਹੀਂ। ਸਾਫ ਸੁਥਰਾ ਕਾਰੋਬਾਰ ਕਰਨ ਵਾਲੇ, ਮਿਹਨਤ ਇੰਨੇ ਦੀ ਚੀਜ਼ ਹੈ, ਇੰਨੀ ਮੇਰੀ ਇਹਦੇ ਤੇ ਮਿਹਨਤ ਹੈ, ਆ ਮੈਂ ਲੈ ਰਿਹਾ, ਦੱਸ ਕੇ ਕਰ ਰਿਹਾ, ਮਾੜਾ ਤੇ ਕੁਛ ਨਹੀਂ ਨਾ। ਉਹ ਬੈਠਾ ਆ, ਉਹਦੀ ਦੁਕਾਨ ਦਾ ਖਰਚਾ ਆ, ਉਹਦੇ ਆਉਣ ਜਾਣ ਦਾ ਖਰਚਾ ਆ, ਉਹਦੇ ਕੱਢਣਾ ਨਾ ਉਹਦੇ ਚੋਂ। ਪਰ 50 ਰੁਪਈਆਂ ਦੀ ਚੀਜ਼ 500 ਵਿੱਚ ਵੇਚ ਰਿਹਾ, ਮਜਬੂਰ ਬੰਦੇ ਨੂੰ ਵੇਖ ਕੇ 50 ਦੀ 500 ਨੂੰ ਵੇਚ ਰਿਹਾ, ਫਿਰ ਤਾਂ ਹਨੇਰਗਰਦੀ ਹੈ ਨਾ। ਫਿਰ ਤਾਂ ਹਨੇਰਗਰਦੀ ਹੈ ਨਾ। ਆ ਆਕਸੀਜਨ ਦਾ ਰੌਲਾ ਪਿਆ ਸੀ, ਸਿਲੰਡਰ ਕਿੱਦਾਂ ਬੁਕਿੰਗ ਦੇ ਰਾਹੀਂ ਪਹਿਲਾਂ ਹੀ ਪੈਸੇ ਜਿਹੜੇ ਆ ਉਹ ਹੱਥਾਂ 'ਚ ਕਰ ਲਏ ਗਏ, ਔਰ ਵੱਡੀ ਕੀਮਤ, ਮਣਾ ਮੂੰਹੀ ਕੀਮਤ। ਇਹ ਆ ਜਿਹੜਾ ਹਾਲਾਤ ਆ ਨਾ, ਜਿਹੜਾ ਹਾਲਾਤ ਆ ਮਜਬੂਰ ਬੰਦੇ ਨੂੰ ਵੇਖ ਕੇ ਵੀ ਆਹ ਚੀਜ਼ ਦੀ ਜ਼ਿਆਦਾ ਡਿਮਾਂਡ ਹੋ ਰਹੀ ਆ। 10 ਰੁਪਈਆਂ ਦਾ ਗੋਲੀਆਂ ਦਾ ਪਤਾ ਸੀਗਾ, ਉਹ ਸਿੱਧਾ ਹੀ ਚੁੱਕ ਕੇ 200 300 250 ਕਰ ਦਿੱਤਾ ਗਿਆ। ਇਹ ਕੀ ਹੈ? ਇਹ ਬਰਬਾਦੀ ਹੈ, ਇਹ ਖਰਾਬੀ ਹੈ। ਫਿੱਕਾ ਬੋਲ ਜਿਹਦੇ ਚੋਂ ਕੋਈ ਜੀਵਨ ਰੌਂ ਲੱਭ ਨਹੀਂ ਰਹੀ, ਜਿਹਦੇ ਚੋਂ ਕੋਈ ਸਤਿਗੁਰੂ ਦੇ ਗੁਣਾਂ ਵਾਲਾ ਪੱਖ ਉਜਾਗਰ ਨਹੀਂ ਹੋ ਰਿਹਾ, ਉਹ ਗੱਲਬਾਤ, ਉਹ ਰਹਿਣ ਸਹਿਣ, ਉਹ ਬੋਲ ਚਾਲ ਜਿਹੜਾ ਫਿੱਕਾ ਹੈ, ਜਿਹਦੇ 'ਚ ਰਸ ਨਹੀਂ ਗੁਰੂ ਵਾਲਾ। ਔਰ ਧਿਆਨ ਰੱਖਿਓ ਜੀ। ਹਾਂਜੀ, ਮਹਿਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। 68 ਤੀਰਥ ਜੇ ਨਾਮੈ, ਉਤਰੈ ਨਾਹੀ ਮੈਲ। ਅੰਦਰੋਂ ਝੂਠੇ, ਅੰਦਰੋਂ ਮਨ ਕਰਕੇ, ਹਿਰਦੇ ਕਰਕੇ ਝੂਠੇ ਆ। ਪੈਜ ਬਾਹਰ, ਬਾਹਰ ਵਿਖਾਵੇ ਦੀ ਇੱਜ਼ਤ ਆ, ਠਾਠ ਬਾਠ ਆ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। ਮਹਾਰਾਜ ਕਹਿੰਦੇ 68 ਤੀਰਥ ਜੇ ਨਾਵੇਂ। ਤੇ ਆ ਜਿਹੜੀ ਝੂਠ ਵਾਲੀ ਮੈਲ ਅੰਦਰ ਲੱਗੀ ਆ ਨਾ, ਨਹੀਂ ਉਤਰਨੇ। 68 ਤੀਰਥ ਜੇ ਨਾਵੇਂ, ਜੇ ਨਾਵੇਂ, ਜੇ ਨਹਾ ਲੈਣ, ਇਹ ਮੈਲ ਥੋੜਾ ਉਤਰ ਚੱਲੀ ਆ। ਬਾਹਰੋਂ ਇੱਜ਼ਤਦਾਰ ਲੱਗਦੇ ਨੇ, ਅੰਦਰੋਂ ਝੂਠੇ ਨੇ, ਅੰਦਰੋਂ ਝੂਠੇ ਨੇ, ਬਾਹਰੋਂ ਠੀਕ ਠਾਕ ਆ। ਹਾਂਜੀ, ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਜਿਨ੍ਹਾਂ ਦੇ ਅੰਦਰ ਪਟ ਆ, ਪਟ ਮੀਨਿੰਗ ਹੈ ਰੇਸ਼ਮ, ਜਿਨ੍ਹਾਂ ਦੇ ਅੰਦਰ ਰੇਸ਼ਮ ਆ, ਰੇਸ਼ਮ ਦਾ ਭਾਵ ਹੈ ਜਿਨ੍ਹਾਂ ਅੰਦਰ ਗੁਰੂ ਦਾ ਉਪਦੇਸ਼ ਹੈ, ਜਿਨ੍ਹਾਂ ਅੰਦਰ ਕੀਮਤੀ ਪਟ ਹੈ। ਬਾਹਰ ਗੁੱਦੜੋ, ਬਾਹਰੋਂ ਭਾਵੇਂ ਵੇਖਣ ਨੂੰ ਸਧਾਰਨ ਲੱਗਦੇ ਨੇ, ਤੇ ਭਲੇ ਸੰਸਾਰ। ਆਮ ਤੌਰ ਤੇ ਆ ਥੋੜੇ ਦਿਨ ਪਹਿਲਾਂ ਇੱਕ ਤਸਵੀਰ, ਇੱਕ ਗੱਲਬਾਤ, ਇੱਕ ਜੀਵਨੀ ਫੇਸਬੁੱਕ ਤੇ ਘੁੰਮ ਰਹੀ ਸੀ, ਔਰ ਹਰ ਸਾਲ ਘੁੰਮਦੀ ਆ। ਥੋੜੇ ਦਿਨ ਪਹਿਲਾਂ ਬੀਤਿਆ, ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਨਾਂ ਸੁਣਿਆ ਹੋਏਗਾ। ਹੁਣ ਜੇ ਕਿਸੇ ਅਣਜਾਣ ਬੰਦੇ ਨੂੰ ਉਹ ਫੋਟੋ ਵਿਖਾਓ ਤੇ ਉਹ ਕਹੇਗਾ ਵੀ ਇਹ ਕੀ ਹੈ। ਜਿੱਦਾਂ ਦੇ ਕੱਪੜੇ, ਜਿੱਦਾਂ ਦਾ ਰਹਿਣ ਸਹਿਣ, ਜਿੱਦਾਂ ਦੀ ਦਿੱਖ, ਠੀਕ ਹੈ ਨਾ। ਤੇ ਜੇ ਉਹ ਕੰਮ ਤੇ ਉਹ ਸਾਰਾ ਕੁਝ ਪੜ੍ਹ ਲਿਆ ਜਾਏ, ਦੇਖ ਲਿਆ ਜਾਏ, ਤੇ ਹਰ ਇੱਕ ਬੰਦਾ ਹੱਥ ਜੋੜ ਦਿੰਦਾ ਵੀ ਵਾਹ ਵਾਹ।
ਇਦਾਂ ਦਾ ਆ ਸੀ ਕਮਾਲ। ਔਰ ਸਾਡਿਆਂ ਘਰਾਂ ਤੱਕ, ਮੈਂ ਉਹਦਾ ਕੋਈ ਵਿਰੋਧ ਨਹੀਂ ਕਰਦਾ ਜਾਂ ਕੋਈ ਇਤਰਾਜ਼ ਨਹੀਂ ਮੈਨੂੰ ਇਹਦੇ ਨਾਲ, ਪਰ ਸਾਡਿਆਂ ਘਰਾਂ ਤੱਕ ਮਦਰ ਟਰੇਸਾ ਦਾ ਨਾਂ ਜ਼ਰੂਰ ਆਇਆ, ਪਰ ਸਾਡਿਆਂ ਘਰਾਂ ਤੱਕ ਸਾਡੇ ਆਪਣੇ ਹੀ ਭਗਤ ਪੂਰਨ ਸਿੰਘ ਦਾ ਨਾਂ ਨਹੀਂ ਪਹੁੰਚਿਆ। ਜਿਨ ਪੱਟ ਅੰਦਰ ਬਾਹਰ ਗੁੱਦੜ, ਬਾਹਰ ਗੋਦੜੀ ਹੈ, ਬਾਹਰ ਟਾਕੀਆਂ ਲੱਗੀਆਂ ਹੋਈਆਂ ਨੇ, ਤੇ ਭਲੇ ਸੰਸਾਰੋਂ ਸੰਸਾਰ 'ਚ ਭਲੇ ਆ, ਬਾਹਰੋਂ ਭਾਵੇਂ ਉਦਾਂ ਦੇ ਹੀ ਲੱਗਦੇ ਆ ਪਰ ਅੰਦਰੋਂ ਤੇ ਚੰਗੇ ਆ ਨਾ। ਇਹ ਕਿਹਾ ਅੰਦਰੋਂ ਮਾੜੇ ਆ, ਬਾਹਰੋਂ ਇੱਜ਼ਤਦਾਰ ਲੱਗਦੇ ਆ। ਇਹ ਨਹੀਂ ਠੀਕ ਹੋ ਸਕਦੇ ਭਾਵੇਂ 68 ਤੀਰਥਾਂ ਦਾ ਇਸ਼ਨਾਨ ਕਰ ਲੈਣ। ਇੱਕ ਉਹ ਨੇ ਜਿਹੜੇ ਅੰਦਰੋਂ ਠੀਕ ਨੇ, ਬਾਹਰੋਂ ਭਾਵੇਂ ਜਿੱਦਾਂ ਦੇ ਮਰਜ਼ੀ ਲੱਗਦੇ ਆ। ਇਹ ਸੰਸਾਰ 'ਚ ਭਲੇ ਆ, ਚੰਗੇ ਆ, ਇਹਨਾਂ ਦਾ ਮੁਕਾਬਲਾ ਨਹੀਂ ਹੈ ਕੋਈ। ਹਾਂਜੀ। ਤਿੰਨ ਨੇ ਲੱਗਾ ਰੱਬ ਸੇਤੀ, ਦੇਖਣੇ ਵਿਚਾਰ, ਰੰਗ ਹਸੈ ਰੰਗ ਰੋਵੈ, ਚੁੱਪ ਭੀ ਕਰ ਜਾਣੇ, ਪਰਵਾਹ ਨਾਹੀਂ ਕਿਸੈ ਕੇਰੀ, ਬਾਜ ਸੱਚੇ ਨਾਥ। ਹਾਂ, ਇਹੋ ਜਿਹੇ ਜਿਨ੍ਹਾਂ ਦੇ ਅੰਦਰ ਪੱਟ ਹੈ, ਬਾਹਰ ਗੁੱਦੜ ਹੈ, ਪਰਵਾਹ ਨਾਹੀਂ ਕਿਸੈ ਕੇਰੀ, ਨਹੀਂ ਪਰਵਾਹ। ਔਰ ਬੜੇ ਤੁਸੀਂ ਦੇਖੇ ਹੋਣਗੇ, ਵਾਹ ਵਾਸਤਾ ਪੈਂਦਾ ਹੋਏਗਾ। ਅਸੀਂ ਆਪਣੇ ਰਿਸ਼ਤੇਦਾਰਾਂ 'ਚ, ਭੈਣਾਂ ਭਰਾਵਾਂ 'ਚ ਵੀ ਇਹੋ ਜਿਹੇ ਲੋਕ ਲੱਭ ਜਾਣਗੇ। ਪੁਰਾਣੇ ਬਜ਼ੁਰਗਾਂ ਨੂੰ ਦੇਖੋ, ਪੁਰਾਣੇ ਬਜ਼ੁਰਗਾਂ ਦੇ ਵਿੱਚ ਇਹ ਲਿਆਕਤ ਬੜੀ ਸੀ, ਜਿਹੜੀ ਗੱਲ ਕਹਿਣੀ ਕਹਿ ਦੇਣੀ ਆ, ਜੋ ਮਰਜ਼ੀ ਹੋ ਜਾਏ। ਉਹ ਕਰਦੇ ਸੀ ਇਦਾਂ, ਘਰੇ ਵੀ ਕਹਿਣਾ, ਬਾਹਰ ਵੀ ਕਹਿਣਾ। ਤੁਸੀਂ ਬਹੁਤ ਸਾਰੇ ਬਜ਼ੁਰਗਾਂ ਦਾ ਮੈਂ ਕਈ ਵਾਰੀ ਦੇਖਦਾ ਰਹਿਣਾ, ਪਿੰਡਾਂ ਵਿੱਚ ਜਾਓ ਉੱਥੇ ਵੀ ਇਦਾਂ ਦੇ ਬਜ਼ੁਰਗ, ਉਹ ਜਿਹੜੀ ਗੱਲ ਕਰਨੀ ਬਾਹਰ ਵੀ ਕਰ ਆਉਂਦੇ, ਭਾਵੇਂ ਉਲਾਂਭਾ ਹੀ ਆਵੇ ਘਰ, ਅਸੂਲ ਨਾਲ ਸਮਝੌਤਾ ਨਹੀਂ। ਉਹ ਘਰ ਦੇ ਕਈ ਵਾਰੀ ਕਹਿੰਦੇ ਤੂੰ ਸਾਰੇ ਪਿੰਡ ਦੇ ਝਗੜੇ ਮੁੱਲ ਲੈ, ਤੂੰ ਠੇਕਾ ਲਿਆ। ਪਰ ਉਹ ਆਪਣੇ ਕੰਮ ਤੇ, ਆਪਣੇ ਅਸੂਲ ਤੇ, ਆਪਣੀ ਗੱਲਬਾਤ ਤੇ ਪੱਕੇ ਰਹਿੰਦੇ ਨੇ। ਉਹਦੇ ਨਾਲ ਕੋਈ ਸਮਝੌਤਾ ਕਿਸੇ ਵੀ ਵੇਲੇ ਨਹੀਂ ਕਰਦੇ। ਤੋ ਕਾਹਦੀ ਪਰਵਾਹ? ਪਰਵਾਹ ਤੇ ਉਹ ਕਰੇ ਜਿਹੜਾ ਗਲਤ ਹੈ, ਪਰਵਾਹ ਤੇ ਉਹ ਕਰੇ ਜਿਹੜਾ ਮਾੜਾ ਆ, ਜਿਹਨੂੰ ਡਰ ਆ ਕਿ ਕੁਝ ਫੜਿਆ ਜਾਏਗਾ, ਕੁਝ ਇਦਾਂ ਹੋ ਜਾਏਗਾ। ਔਰ ਜਿਹੜੇ ਬੰਦਾ ਸਾਫ ਸੁਥਰਾ ਹੈ ਉਹਨੂੰ ਕਾਹਦਾ ਡਰ ਹੈ? ਸੋ ਡਰੈ ਜੇ ਪਾਪ ਕਮਾਵੰਦਾ, ਸ੍ਰੀ ਰਾਗ ਕੀ ਵਾਰ ਚ ਆਪਾਂ ਪੜਿਆ, ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ। ਔਰ ਜਿਹੜਾ ਧਰਮੀ ਵਿਗਸੇਤ ਹੈ ਨਾ, ਇਹੋ ਹੀ ਇੱਥੇ ਆ ਸਕਦਾ ਹੈ। ਪ੍ਰਵਾਹ ਨਾਹੀਂ ਕਿਸੈ ਕੇਰੀ, ਬਾਜ ਸੱਚੈ ਨਾ। ਸੱਚੇ ਨਾ, ਸੱਚੇ ਖਸਮ ਤੋਂ ਬਿਨਾ, ਸੱਚੇ ਪਾਤਸ਼ਾਹ ਤੋਂ ਬਿਨਾ ਹੋਰ ਕਿਸੇ ਦੀ ਪ੍ਰਵਾਹ ਨਹੀਂ। ਹਾਂਜੀ। ਦਰਬਾਰ ਉੱਪਰ ਖਰਚ ਮੰਗਾ, ਦਰਬਾਰ ਉੱਪਰ ਖਰਚ ਮੰਗਾ, ਜਪੈ ਦੇ ਤਾਂ ਖਾਣੇ, ਤਾਂ ਖਾਂਦੇ। ਦੀਵਾਨ ਏਕੋ ਕਲਮ ਏਕਾ, ਹਮਾ ਤੁਮਾ ਮੇਲ। ਇਹਨੂੰ ਥੋੜਾ ਘਟਾਈ ਹੈ ਨਾ, ਹਮਾ ਤੁਮਾ, ਹਮਾ ਤੁਮਾ ਮੇਲ। ਡਰ ਲੈ ਲੇਖਾ ਪੀੜ ਛੁਟੈ, ਨਾਨਕਾ ਜਿਉ ਤੇਲ। ਪੌੜੀ ਆਪੇ ਹੀ ਕਰਨਾ ਕੀਓ, ਕਲ ਆਪੇ ਹੀ ਤੈ ਧਾਰੀਐ। ਦੇਖੈ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀਐ। ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। जिसके जी प्राण है, क्यों साहिब मनो विसारी है। ਮਨੋ ਕਿਉਂ ਵਿਸਾਰੀ ਹੈ? ਕਿਹਨੂੰ ਨਹੀਂ ਵਿਸਾਰਨਾ ਚਾਹੀਦਾ ਜੀ? ਸਾਧ ਸੰਗਤ ਜੀ, ਕਿਹਨੂੰ ਨਹੀਂ ਵਿਸਾਰਨਾ ਚਾਹੀਦਾ? ਸਾਹਿਬ ਨੂੰ। ਕਿਉਂ ਨਹੀਂ ਵਿਸਾਰਨਾ ਚਾਹੀਦਾ? ਉੱਥੇ ਉਸੇ ਲਾਈਨ 'ਚ ਹੀ ਉੱਤਰ ਹੈ, ਵੇਖੋ। ਪਹਿਲਾਂ ਮੈਂ ਸਵਾਲ ਕੀਤਾ ਕਿਹਨੂੰ ਨਹੀਂ ਵਿਸਾਰਨਾ, ਤੁਸੀਂ ਕਿਹਾ ਸਾਹਿਬ ਨੂੰ। ਮੈਂ ਕਹਿੰਦਾ ਸਾਹਿਬ ਨੂੰ ਕਿਉਂ ਨਹੀਂ ਵਿਸਾਰਨਾ ਚਾਹੀਦਾ? ਜਿਸ ਕੇ, ਹਾਂ ਦੇਖੋ ਧਿਆਨ ਨਾਲ, ਜਿਸ ਕੇ ਜੀ ਪ੍ਰਾਣ ਹੈ। ਜੀ
ਜਿੰਦ, ਪ੍ਰਾਣ, ਸਵਾਸ। ਜਿਸ ਦੀ ਜਿੰਦ ਹੈ, ਜਿਸ ਦੇ ਪ੍ਰਾਣ ਹੈ, ਕਿਉਂ ਸਾਹਿਬ ਮਨੋਂ ਉਹਨੂੰ ਵਿਸਾਰੀਏ, ਭੁੱਲੀਏ ਕਿਉਂ? ਠੀਕ ਹੈ ਨਾ ਜੀ, ਉਹਨੂੰ ਕਿਉਂ ਭੁੱਲੀਏ? ਲੋਕਾਂ ਨੇ ਨਾ ਸੇਵ ਕਰ ਕਰਕੇ ਫੋਨਾਂ 'ਚ, ਡਾਇਰੀਆਂ ਤੇ ਰੱਖ ਲਿਆ ਵੀ ਸਿਲੰਡਰ ਕਿੱਥੋਂ ਕਿੱਥੋਂ ਮਿਲਦੇ ਆ। ਕਿਸੇ ਵੇਲੇ ਕਿਸੇ ਨੂੰ ਲੋੜ ਪੈ ਜਾਏ ਤੇ ਮੌਕੇ ਤੇ ਕਿੱਧਰ ਜਾਵਾਂਗੇ, ਕਿੱਥੋਂ ਲੱਭਾਂਗੇ, ਕਿਹਨੂੰ ਗੱਲ ਕਰਾਂਗੇ, ਕੌਣ ਗੱਲ ਸੁਣਦਾ ਹੈ, ਕਿੱਥੋਂ ਮਿਲਦੇ ਆ, ਕਿੱਦਾਂ ਮਿਲਦੇ ਆ। ਲੋਕਾਂ ਨੇ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾਣਕਾਰੀਆਂ। ਔਰ ਸਤਿਗੁਰੂ ਕਹਿੰਦੇ ਦੇਖੋ, ਜਿਸ ਨੇ ਸਾਹ ਦਿੱਤੇ, ਜਿਸ ਨੇ ਸਰੀਰ 'ਚ ਜਿੰਦ ਦਿੱਤੀ, ਉਹਦੇ ਬਾਰੇ ਜਾਣਕਾਰੀ ਕੋਈ ਨਹੀਂ, ਉਹਦੇ ਨਾਲ ਸੰਬੰਧ ਹੀ ਕੋਈ ਨਹੀਂ। ਨਹੀਂ ਵਿਸਾਰਨਾ ਚਾਹੀਦਾ। ਹਾਂਜੀ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਆਪਣਾ ਕਾਜ, ਆਪਣ ਹੱਥੀ ਆਪਣਾ, ਆਪਣੇ ਹੱਥੀ ਆਪਣਾ ਕਾਰਜ। ਕੀ? ਆਪਣਾ ਕਾਰਜ ਆਪ ਆਪਣੇ ਹੱਥੀਂ ਸਵਾਰਨਾ ਚਾਹੀਦਾ। ਕੀ? ਸਤਿਸੰਗ ਜੀ, ਆਪਣੇ ਹੱਥੀਂ ਆਪਣਾ ਕਾਜ ਆਪ ਸਵਾਰਨਾ ਚਾਹੀਦਾ। ਮੈਂ ਤਾਂ ਨਹੀਂ ਕੁਝ ਵੀ ਕਿਹਾ, ਬਾਣੀ 'ਚ ਤੁਹਾਡੇ ਸਾਹਮਣੇ ਤੋਕ ਹੈ, 20 ਨੰਬਰ ਪੌੜੀ ਦੀ ਆਖਰੀ ਤੋਕ ਹੈ, ਬੜੀ ਵਾਰੀ ਆਪਾਂ ਪੜ੍ਹੀ, ਬੜੀ ਵਾਰੀ ਯਾਦ। ਆਪਣੇ ਹੱਥੀਂ ਆਪਣਾ ਕਾਜ ਆਪ ਸਵਾਰਨਾ ਚਾਹੀਦਾ। ਕੀ ਮੈਂ ਕਹਿੰਦਾ? ਕੀ? ਹਾਂਜੀ, ਕੀ ਕਾਜ ਹੈ ਸਾਡਾ? ਵਿਗੜਿਆ ਕੀ ਆ? ਮੈਂ ਥੋੜਾ ਜਿਹਾ ਧਿਆਨ ਦਵਾ ਦੇਣਾ। ਵੀਰ ਭੈਣਾਂ ਪਾਠ ਕਰਨ ਵਾਲੇ ਬੈਠੇ ਆ, ਛੇਤੀ ਯਾਦ ਆ ਜਾਏਗਾ। ਮਹਾਰਾਜ ਦੀ ਬਾਣੀ ਨੇ ਇੱਕ ਥਾਂ ਕਿਹਾ, ਜਾਨ ਬੂਝ ਕੇ ਬਾਵਰੇ ਤੈਂ ਕਾਜ ਬਿਗਾਰਿਓ। ਹੋ ਸਕਦਾ ਇੱਥੋਂ ਤੱਕ ਸਹਿਜ ਪਾਠ ਕਰਦੇ ਆ ਨਾ ਗਏ ਹੋਈਏ। ਨਿਤਨੇਮ ਤੇ ਆਪਾਂ ਰੋਜ਼ ਹੀ ਕਰਦੇ ਆ। ਸੋਹਿਲਾ ਬਾਣੀ 'ਚ ਮਹਾਰਾਜ ਨੇ ਆਖਿਆ, ਮਨ ਗੁਰ ਮਿਲ, ਗੁਰੂ ਨਾਲ ਮਿਲ ਕੇ ਕਾਜ ਸਵਾਰ। ਮਨ, ਇਹਦਾ ਮਤਲਬ ਕਾਰਜ ਮਨ ਦਾ ਵਿਗੜਿਆ ਹੈ। ਕਾਰਜ ਮਨ ਦਾ ਵਿਗੜਿਆ ਹੈ। ਠੀਕ ਹੈ ਜੀ। ਗੁਰੂ ਨਾਨਕ ਸਾਹਿਬ, ਉਦੋਂ ਸਾਹੈ ਕਿਆ ਨਿਸ਼ਾਨੀ, ਤੋਟ ਨਾ ਆਵੇ ਅੰਨੀ। ਉਦੋਂ ਸੀ ਘਰੇ ਹੀ ਬੁੱਠੀ, ਕੂੜੀ ਰੰਨੀ ਧੰਮੀ। ਸੱਤੀ ਰੰਨੀ ਘਰੇ ਸਿਆਪਾ, ਰੋਵਣ ਕੂੜੀ ਕੰਮੀ। ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹਮੀ। ਇਹ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ। ਸੱਤੀ ਰੰਨੀ ਘਰੇ ਸਿਆਪਾ, ਆ ਜਿਹੜਾ ਘਰੇ ਸਿਆਪਾ ਰੋਜ਼ ਹੋ ਰਿਹਾ ਨਾ, ਇਹ ਮਨ ਦੇ ਘਰ 'ਚ ਹੀ ਹੋ ਰਿਹਾ। ਇਹ ਮਨ ਦੇ ਘਰ 'ਚ ਹੀ ਹੋ ਰਿਹਾ। ਇੰਦਰੀਆਂ ਦਾ ਸਿਆਪਾ ਰੋਜ਼, ਔਰ ਰੋਜ਼ ਰੋਂਦੀਆਂ ਨੇ। ਇੱਕ ਸਵਾਨ, ਇੱਕ ਕੁੱਤਾ, ਦੋਏ ਸਵਾਨੀ, ਦੋ ਕੁੱਤੀਆਂ। ਇੱਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਸਵੇਰੇ ਤੜਕੇ ਤੋਂ ਹੀ ਇਹ ਭੌਂਕਣੇ ਸ਼ੁਰੂ ਕਰ ਦਿੰਦੇ। ਕਿੱਥੇ ਭੌਂਕ ਰਹੇ? ਤੁਸੀਂ ਅਰਥ ਵੀ ਪੜਿਓ। ਲੋਭ ਰੂਪ ਕੁੱਤਾ ਤੇ ਆਸਾ ਤ੍ਰਿਸ਼ਨਾ ਦੀਆਂ ਦੋ ਕੁੱਤੀਆਂ ਸਵੇਰ ਤੋਂ ਭੌਂਕਦੇ ਨੇ, ਪਰ ਸੁਣਦੇ ਨਹੀਂ ਨਾ। ਇੱਕ ਸ਼ਲੋਕ ਯਾਦ ਹੋਏਗਾ, ਉਹ ਕਹਿੰਦੇ ਨੇ, ਫਰੀਦਾ ਇਹ ਤਨ ਭੌਂਕਣਾ, ਇਹ ਤੇ ਭੌਂਕੀ ਜਾਂਦਾ, ਰੋਜ਼ ਕੋਹ ਨਾ ਕੋ ਕਰੀ ਜਾਂਦਾ। ਨਿਤ ਨਿਤ ਦੁਖੀਏ ਕੌਣ, ਇਹਦੀਆਂ ਸੁਣ ਸੁਣ ਕੇ ਰੋਜ਼ 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 ਦੁਖੀ ਕਿਹੜਾ ਹੋਵੇ। ਹੁਣ ਕੰਨੀ ਬੁੱਝੇ ਦੇ ਰਹਾ, ਕਿੱਤੀ ਵਗੇ ਪਾਉਣ। ਮੈਂ ਕੰਨ ਤੂੰਬੇ ਦੇ ਕੇ ਬੰਦ ਕਰ ਲਿਆ,
ਵਗਦੀ ਹਵਾ ਵਗਦੀ ਰਵੇ, ਹੁਣ ਕੀ ਕਰੀਏ। ਜਾਨੀ ਕਿ ਜਿਹੜਿਆਂ ਵਿਕਾਰਾਂ ਦੇ ਲਈ ਇਹ ਰੋਜ਼ ਮਨ ਤਾਂਘਦਾ ਆ ਨਾ, ਭੌਂਕਦਾ ਆ, ਆਪਾਂ ਉਹ ਬੰਦ ਕਰ ਲਿਆ। ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲਈਏ ਦਰਵਾਜ਼ੇ। ਆਪਾਂ ਬੰਦ ਹੀ ਕਰ ਲਿਆ, ਰਾਹ ਹੀ ਬੰਦ ਕਰਤਾ, ਗੁਰੂ ਸ਼ਬਦ ਰਾਹੀਂ ਰਾਹ ਹੀ ਬੰਦ ਕਰਤਾ। ਇਹ ਜਿਹੜੇ ਵਿਕਾਰ ਪੈਂਦੇ ਸੀ ਨਾ, ਜਿਹੜੇ ਰਾਹ ਥਾਣੀ, ਉਹ ਕਮਜ਼ੋਰੀਆਂ ਹੀ ਦੂਰ ਕਰ ਰਹੀਆਂ, ਉਹ ਭਾਰੂ ਪੈਣ ਹੀ ਨਾ, ਉਹ ਰਾਹ ਹੀ ਬੰਦ ਕਰਤੇ ਆ। ਤੋ ਸਤਿਗੁਰੂ ਦੇ ਪਿਆਰਿਓ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਅਸੀਂ ਆਪਣੀ ਜ਼ਿੰਦਗੀ ਦਾ ਕਾਰਜ ਜਿਹੜਾ ਵਿਗੜਿਆ ਹੋਇਆ, ਜਿਹੜਾ ਗੁਰੂ ਅਨੁਸਾਰ ਨਹੀਂ ਆ, ਇਹਨੂੰ ਸਵਾਰਨ ਲਈ ਗੁਰੂ ਦੇ ਨਾਲ ਮਿਲ ਕੇ ਇਸ ਕਾਰਜ ਨੂੰ ਸਵਾਰਨ ਦਾ ਯਤਨ ਕਰੀਏ ਜੀ। ਲੋਕ ਪਹਿਲਾ ਦੂਜਾ ਏਕ ਰਹੀ ਆਸ਼ਕੀ, ਦੂਜੇ ਲਗੈ ਜਾਏ। ਨਾਨਕ ਆਸ਼ਿਕ ਕਾਂਢੀਐ, ਸਦ ਹੀ ਰਹਿ ਸਮਾਏ। ਚੰਗੇ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ। ਆਸ਼ਿਕ ਇਹ ਨਾ ਆਖੀਐ, ਜੇ ਲਿਖੈ ਵਰਤੈ ਸੋਏ। ਮਹਿਲਾ ਦੂਜਾ ਆਸ਼ਿਕ ਇਹ ਨਾ ਆਖੀਐ, ਜੇ ਲੇਖੈ ਵਰਤੈ ਸੋਏ। ਜਿਹੜਾ ਗਿਣਤੀਆਂ ਮਿਣਤੀਆਂ ਕਰਕੇ ਵਰਤ ਰਿਹਾ ਹੈ ਨਾ, ਇਹ ਆਸ਼ਿਕ ਨਹੀਂ ਆ, ਇਹ ਆਸ਼ਿਕ ਨਹੀਂ ਅਖਵਾ ਸਕਦਾ। ਇਹਨੂੰ ਆਸ਼ਿਕ ਜਾਨੀ ਧਰਮੀ ਨਹੀਂ ਕਿਹਾ ਜਾ ਸਕਦਾ, ਇਸ਼ਕ ਕਰਨ ਵਾਲਾ ਨਹੀਂ ਕਿਹਾ ਜਾ ਸਕਦਾ ਇਹਨੂੰ। ਗਿਣਤੀਆਂ ਮਿਣਤੀਆਂ, ਔਰ ਗਿਣਤੀਆਂ ਮਿਣਤੀਆਂ ਦੇ ਮਸਲੇ ਵਿੱਚ ਜਦੋਂ ਅਸੀਂ ਪੈਂਦੇ ਆ, ਉਦੋਂ ਇਸ ਸਤਿਗੁਰੂ ਦੇ ਵਿਚਾਰ ਦੇ ਮੁਤਾਬਕ ਅਸੀਂ ਧਰਮ ਤੋਂ ਬਾਹਰ ਹੋ ਜਾਂਦੇ ਹਾਂ। ਆਪਣੇ ਆਪ ਹੀ ਧਰਮ ਦਾ ਲੜ ਛੁੱਟ ਜਾਂਦਾ ਹੈ। ਔਰ ਗਿਣਤੀਆਂ ਮਿਣਤੀਆਂ ਦੇ ਰਾਹ ਪਾਉਣ ਵਾਲਿਆਂ ਨੇ ਸਾਨੂੰ ਗੁੰਮਰਾਹ ਕਰਕੇ ਰਾਹ ਇਸ ਪਾਇਆ ਹੋਇਆ ਹੈ। ਗਿਣਤੀਆਂ ਮਿਣਤੀਆਂ ਵਾਲਾ ਮਸਲਾ ਤਿਆਗ ਦਈਏ, ਛੱਡ ਦਈਏ। ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲੇਹ ਉਬਾਰੀ। ਲੇਖੇ ਨਾਲ ਨਹੀਂ ਗੱਲ ਕਿਸੇ ਸਿਰੇ ਲੱਗਣੀ। ਅੱਜ ਅਸੀਂ ਰੱਬ ਨਾਲ ਲੇਖਾ ਕਰਨੇ ਵੀ ਤੇਰਾ ਆ ਕੀਤਾ, ਤੇਰਾ ਆ ਕੀਤਾ, ਆ ਕੀਤਾ, ਆ ਕੀਤਾ, ਤੇ ਕਿੰਨਾ ਕੁ ਲੇਖਾ ਗਣਾਵਾਂਗੇ ਰੱਬ ਨੂੰ। ਤੇ ਜਿੱਦਣ ਰੱਬ ਨੇ ਕਾਪੀਆਂ ਖੋਲੀਆਂ ਉਦਣ ਕੀ ਬਣੇਗਾ। ਜੇ ਅਸੀਂ ਲੇਖੇ ਜੋਖੇ ਚ ਪਏ ਆ ਤਾਂ ਸਤਿਗੁਰੂ ਕਹਿੰਦੇ ਫਿਰ ਵੇਖ, ਧਿਆਨ ਮਾਰ, ਡੈਰੀਆਂ ਤੇ ਉਹ ਵੀ ਕੱਢ ਲੂਗਾ ਨਾ। ਅਸੀਂ ਖਤੇ ਬਹੁਤ ਕਮਾਵੰਦੇ, ਬਹੁਤ ਬਹੁਤ ਖਤੇ, ਅਸੀਂ ਖਤੇ ਬਹੁਤ ਕਮਾਵੰਦੇ, ਅੰਤ ਨਾ ਪਾਰਾਵਾਰ। ਠੀਕ ਹੈ ਜੀ। ਅਸੀਂ ਖਤੇ ਬਹੁਤ ਕਮਾਵੰਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਨਾਹਗਾਰ। ਹਰ ਜੀਓ ਲੇਖੈ ਵਾਰ ਨਾ ਆਵੇ। ਰੱਬਾ ਜੇ ਤੂੰ ਲੇਖਾ ਕਰਨ ਬਹਿ ਗਿਆ, ਸਾਡੀ ਤੇ ਵਾਰੀ ਆਈ ਨਾ। ਜੇ ਤੂੰ ਵਹੀ ਖੋਲ ਲਈ ਤੇ ਸਾਡੀ ਤਾਂ ਵਾਰੀ ਆਈ ਨਾ। ਇਹ ਤਾਂ ਲੰਬਾ ਚੌੜਾ ਲੇਖਾ ਹੈ ਸਾਡਾ। ਇੱਕ ਗੁਨਾਹ ਹੋਵੇ ਤੇ ਮੰਨਿਆ ਜਾਵੇ, 2 ਹੋਣ, 10 ਹੋਣ, 50 ਹੋਣ, ਮੰਨੇ ਜਾਣ। ਅਸੀਂ ਖਾਤੇ ਬਹੁਤ ਕਮਾਵਦੇ, 1-2 ਥੋੜੀ ਆ। ਔਰ ਲੇਖਿਆਂ ਵਾਲੀ ਕਹਾਣੀ ਛੱਡੀਏ। ਮੈਂ ਇੱਕ ਆਮ ਤੌਰ ਤੇ ਗੱਲ ਕਰਦਾ ਹੁੰਦਾ ਵੀ ਅਸੀਂ ਮਾਲਾ ਫੇਰ ਰਹੇ ਹਾਂ, ਨਾਲ ਗਿਣਤੀ ਕਰ ਰਹੇ ਹਾਂ। ਜੇ ਗਿਣਤੀ ਕਰ ਰਹੇ ਫਿਰ ਮਾਲਾ ਕੌਣ ਫੇਰ ਰਿਹਾ? ਜੇ ਮਾਲਾ ਫੇਰ ਰਹੇ ਹਾਂ ਤੇ ਫਿਰ ਗਿਣਤੀ ਕੌਣ ਕਰ ਰਿਹਾ? ਇੱਕ ਹੀ ਕੰਮ ਹੋ ਸਕਦਾ ਹੈ ਨਾ। ਧਿਆਨ ਗਿਣਤੀ 'ਚ ਲੱਗਾ, 10 11 12 ਗਿਣਤੀ 'ਚ ਧਿਆਨ ਇੱਧਰ ਲੱਗਾ ਹੋਇਆ, ਗਿਣਤੀਆਂ 'ਚ ਲੱਗਾ ਹੋਇਆ, ਕਾਪੀ ਤੇ ਲਕੀਰਾਂ ਮਾਰਨ ਤੇ ਲੱਗਾ ਹੋਇਆ, ਤੇ ਉਹ ਬਾਕੀ ਕੰਮ ਕੌਣ ਕਰ ਰਿਹਾ? ਗੁਰਮਤਿ ਵਿੱਚ ਇਹ ਚੀਜ਼ ਪ੍ਰਵਾਨ ਨਹੀਂ ਹੈ। ਪਿਆਰ ਨਾਲ ਇੱਕ ਲਾਈਨ ਵੀ ਪੜ੍ਹ ਲੋਗੇ ਪ੍ਰਵਾਨ ਆ, ਪਿਆਰ ਨਾਲ 2 ਸ਼ਲੋਕ ਪੜ੍ਹ ਲੋਗੇ ਪ੍ਰਵਾਨ ਆ, ਪਿਆਰ ਨਾਲ ਤੁਸੀਂ ਨਿਤਨੇਮ ਦਾ ਪਾਠ ਆਰਾਮ ਨਾਲ ਕਰ ਲੋਗੇ ਪ੍ਰਵਾਨ ਆ। ਤੇ ਜੇ ਗਿਣਤੀਆਂ ਮਿਣਤੀਆਂ ਦੇ ਚੱਕਰ 'ਚ ਪੈ ਗਏ ਵੀ ਮੈਂ 5, ਮੈਂ 7, ਮੈਂ 8, ਮੈਂ 10,
ਤਾਂ ਧਿਆਨ ਨਾਲ ਰੱਖ ਲਿਓ, ਜੇ ਮੈਂ ਨਹੀਂ ਕੁਝ ਵੀ ਕਹਿੰਦਾ। ਆਸ਼ਿਕ ਇਹ ਨਾ ਆਖੀਐ, ਜੇ ਲੇਖੈ ਵਰਤੈ ਸੋਏ। ਹਾਂਜੀ। ਪਹਿਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਉੱਥਾ ਜਾਏ। ਨਾਨਕ ਦੋਵੇਂ ਕੁੜੀਆਂ ਹਾਏ ਨਾ ਕਾਈ ਪਾਏ। ਸਲਾਮ ਵੀ ਝੂਠੀ ਤੇ ਜਵਾਬ ਵੀ ਝੂਠਾ। ਦੋਵੇਂ ਕੂੜੀਆਂ, ਕੂੜੀਆਂ ਦਾ ਅਰਥ ਹੈ ਝੂਠੀਆਂ, ਦੋਵੇਂ ਗੱਲਾਂ ਝੂਠੀਆਂ। ਦੋਵੇਂ ਗੱਲਾਂ ਝੂਠੀਆਂ, ਇੱਕ ਝੂਠੀ ਹੋ ਸਕਦੀ ਆ, ਦੋਵੇਂ ਕਿੱਦਾਂ ਝੂਠੀਆਂ ਹੋ ਗਈਆਂ? ਸਲਾਮ ਸਾਨੂੰ ਸਾਰਿਆਂ ਨੂੰ ਸਮਝ ਲੱਗਦਾ, ਸਲਾਮ ਕਰਨੀ ਮਹਾਰਾਜ ਕਹਿੰਦੇ ਝੂਠੀ ਆ। ਜਵਾਬ ਉੱਤਰ ਦੇ ਦੇਣਾ, ਜਵਾਬ ਦੇ ਦੇਣਾ, ਨਾ ਕਰ ਦੇਣੀ, ਮਹਾਰਾਜ ਕਹਿੰਦੇ ਇਹ ਵੀ ਝੂਠਾ ਆ। ਪਤਾ ਕਿਉਂ? ਪਹਿਲੀ ਗੱਲ, ਸਤਿਗੁਰੂ ਕਹਿੰਦੇ ਸਲਾਮ ਕੀਤੀ ਹੈ, ਤੈਨੂੰ ਜਵਾਬ ਨਹੀਂ ਸੀ ਦੇਣਾ ਚਾਹੀਦਾ। ਜੇ ਜਵਾਬ ਦੇਣਾ ਫਿਰ ਸਲਾਮ ਕਿਉਂ ਕੀਤੀ ਹੈ? ਸਲਾਮ ਕੀਤੀ ਹੈ, ਤੈਨੂੰ ਜਵਾਬ ਨਹੀਂ ਸੀ ਦੇਣਾ ਚਾਹੀਦਾ। ਤੇ ਜੇ ਜਵਾਬ ਦੇਣਾ ਸੀ ਤੇ ਫਿਰ ਸਲਾਮ ਕਿਉਂ ਕੀਤੀ ਆ? ਜੇ ਨਾ ਹੀ ਕਰਨੀ ਸੀ ਤੇ ਫਿਰ ਸਲਾਮ ਨਹੀਂ ਸੀ ਕਰਨੀ। ਸਲਾਮ ਕਰਕੇ ਜਵਾਬ ਦਿੱਤਾ, ਸਲਾਮ ਕਰਕੇ ਜਵਾਬ ਦਿੱਤਾ। ਜਵਾਬ ਦੇਣਾ ਵੀ ਗਲਤ ਹੋਇਆ ਕਿਉਂਕਿ ਤੂੰ ਪਹਿਲਾਂ ਸਲਾਮ ਕੀਤੀ ਆ। ਸਲਾਮ ਕਰਕੇ ਜਵਾਬ ਦਿੱਤਾ, ਜਵਾਬ ਵੀ ਤੇਰਾ ਗਲਤ ਆ, ਇਹ ਵੀ ਝੂਠਾ ਆ। ਦੋਵੇਂ ਝੂਠੇ ਕਰ ਲਏ ਤੂੰ। ਸਲਾਮ ਤੋਂ ਬਾਅਦ ਜਵਾਬ ਨਹੀਂ ਸੀ ਦੇਣਾ ਚਾਹੀਦਾ, ਔਰ ਜੇ ਜਵਾਬ ਦੇਣਾ ਸੀ ਤੈਨੂੰ ਸਲਾਮ ਤੋਂ ਸੋਚ ਲੈਣਾ ਚਾਹੀਦਾ ਸੀ। ਦੋਵੇਂ ਝੂਠੀਆਂ ਹੋ ਗਈਆਂ। ਹਾਂ ਕਰਕੇ ਨਾ ਕਰਨੀ, ਹਾਂ ਕਰਕੇ ਨਾ ਕਰਨੀ। ਕਿਉਂ? ਗੁਰੂ ਨਾਲ ਵਾਅਦਾ ਕਰਕੇ ਮੁੱਕਰ ਗਿਆ। ਕਿਉਂ? ਜੇ ਵਾਅਦਾ ਕੀਤਾ ਸੀ ਫਿਰ ਮੁੱਕਰਨਾ ਨਹੀਂ ਸੀ, ਜੇ ਮੁੱਕਰਨਾ ਸੀ ਫਿਰ ਵਾਅਦੇ ਵਾਲੀ ਕਹਾਣੀ ਤੇ ਆਉਣਾ ਹੀ ਨਹੀਂ ਸੀ। ਸਲਾਮ ਵੇਖ ਲਓ ਕਿੰਨੀ ਵਾਰੀ ਕਰਦੇ ਆ ਤੇ ਕਿੰਨੀ ਵਾਰੀ ਜਵਾਬ ਅਸੀਂ ਦੇ ਬੈਠੇ ਆ ਕਿਸੇ ਨਾ ਕਿਸੇ ਕਾਰਨ। ਧਿਆਨ ਰੱਖਿਓ, ਦੋਵੇਂ ਕੂੜੀਆਂ। ਹਾਂਜੀ। ਪੌੜੀ ਜਿਤ ਸੇਵੇ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾਘਾਲ ਬੁਰੀ ਕਿਉਂ ਘਾਲੀਐ। ਵਾਹ ਵਾਹ। ਮੰਦਾ ਮੂਲ ਨਾ ਕੀਤਈ, ਦੇ ਲੰਮੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਪਿਛਲਾ ਹੈ ਉੱਪਰ ਘਾਲੀਐ। ਸ਼ਲੋਕ ਮਹਿਲਾ ਦੂਜਾ। ਚਾਕਰ ਲੱਗੇ ਚਾਕਰੀ, ਨਾਲੇ ਗਰਭਵਾਦ। ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਨ। ਨਾਨਕ ਜਿਸਨੋਂ ਲੱਗਾ ਤਿਸ ਮਿਲੈ, ਲੱਗਾ ਸੋ ਪਰਵਾਨ। ਮਹਿਲਾ ਦੂਜਾ। ਜੋ ਜੀ ਹੋਏ ਸੋ ਉਪਵੈ, ਮੋਹ ਕਾ ਕਹਿਆ ਵਾਓ। ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਮਹਿਲਾ ਦੂਜਾ। ਜੋ ਜੀ ਹੋਏ, ਜੀ ਵਿੱਚ, ਮਨ ਵਿੱਚ ਜੋ ਹੈ ਉਗਣਾ ਉਹ ਆ। ਬਾਕੀ ਮਹਾਰਾਜ ਕਹਿੰਦੇ ਬਾਕੀ ਗੱਲਾਂ ਤਾਂ ਸਿਰਫ ਇਦਾਂ ਹੀ ਆ, ਮੂੰਹ ਦੀਆਂ। ਜਿੱਦਾਂ ਹਵਾ ਇਧਰੋਂ ਆਈ ਇੱਧਰ ਨਿਕਲ ਗਈ, ਬਾਕੀ ਤੇ ਮੂੰਹ ਦੀਆਂ ਸਿਰਫ ਗੱਲਾਂ ਆ। ਹੋਣਾ ਤੇ ਅਸਲ 'ਚ ਉਹ ਆ ਜੋ ਮਨ 'ਚ ਆ। ਉਗਣਾ ਤੇ ਉਹ ਆ ਜਿਹੜਾ ਬੀਜ ਧਰਤੀ 'ਚ
ਪਿਆ ਹੋਇਆ, ਉਗਣਾ ਤੇ ਆਖਰ ਉਸੇ ਨਹੀਂ ਆ। ਨੱਪ ਘੁੱਟ ਕੇ ਗੱਲਾਂ ਬਾਤਾਂ ਦੇ ਰਾਹੀਂ ਇੱਧਰ ਉੱਧਰ ਉਲਝ ਕੇ ਉਲਝਾ ਕੇ ਟਾਈਮ ਪਾਸ ਕਰ ਲਓ ਜਿੰਨਾ ਕੁ ਹੁੰਦਾ, ਆਖਰ ਮਸਲਾ, ਆਖਰ ਨਬੇੜਾ, ਆਖਰ ਨਤੀਜਾ ਇੱਥੇ ਆਣ ਕੇ ਨਿਕਲਣਾ ਜੋ ਮਨ 'ਚ ਆ, ਜੋ ਸੁਭਾਅ 'ਚ ਆ। ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਆਪੇ ਬੀਜ ਆਪੇ ਹੀ ਖਾਓ, ਆਪਣਾ ਬੀਜਿਆ ਆਪੇ ਵੜਨਾ ਪਏਗਾ। ਆਪਣਾ ਕੀਤਾ ਹੋਇਆ ਚੰਗਾ ਮੰਦਾ ਕਰਮ ਸਾਨੂੰ ਆਪ ਹੀ ਭੁਗਤਣਾ ਪਏਗਾ। ਬੀਜੈ ਬਿਖ ਮੰਗੈ ਅੰਮ੍ਰਿਤ। ਜ਼ਹਿਰ ਬੀਜ ਕੇ ਅੰਮ੍ਰਿਤ ਦੀ ਉਮੀਦ ਰੱਖਣੀ, ਮੂੰਹ ਕਾ ਕਹਿਆ ਵਾਓ, ਐਵੇਂ ਹਵਾ 'ਚ ਗੱਲਾਂ ਆ। ਜ਼ਹਿਰ ਬੀਜਿਆ ਜ਼ਹਿਰ ਰਹੇਗਾ, ਅੰਮ੍ਰਿਤ ਬੀਜਿਆ ਅੰਮ੍ਰਿਤ ਰਹੇਗਾ। ਜ਼ਹਿਰ ਨੂੰ ਅੰਮ੍ਰਿਤ ਦੇ ਫਲ ਨਹੀਂ ਲੱਗ ਸਕਦੇ। ਬਾਬਾ ਫਰੀਦ ਸਾਹਿਬ ਨੇ ਵੀ ਕਿਹਾ ਸੀ ਨਾ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏਂ ਦਾ ਪੈਦਾ ਲੋੜੈ ਪੱਟ। ਹੰਡੀ ਹੋਈ, ਟੁੱਟੀ ਹੋਈ, ਘਸੀ ਹੋਈ ਪੁਰਾਣੀ ਉੱਨ ਇਕੱਠੀ ਕਰ ਰਿਹਾ ਵੀ ਮੈਂ ਰੇਸ਼ਮ ਪਾਇਆ ਕਰਨਾ ਹੈ। ਟੁੱਟੀ ਉੱਨ ਇਕੱਠੀ ਕਰਕੇ, ਘਸੀ ਹੋਈ ਉੱਨ, ਪੁਰਾਣੀ ਉੱਨ ਇਕੱਠੀ ਕਰਕੇ ਰੇਸ਼ਮ ਹੰਡਾਇਆ ਜਾ ਸਕਦਾ? ਕਿੱਕਰਾਂ ਦੇ ਬੀਜ ਬੀਜ ਕੇ ਦਾਖਾਂ ਮੇਵੇ ਪ੍ਰਾਪਤ ਕੀਤੇ ਜਾ ਸਕਦੇ ਆ? ਕੌਣ ਕਹਿੰਦਾ? ਕਿੱਥੇ ਲੱਗਦੇ ਆ? ਕਿੱਕਰਾਂ ਨੂੰ ਮੇਵੇ ਨਹੀਂ ਲੱਗਦੇ। ਕਿੱਕਰਾਂ ਨੂੰ ਮਿੱਠੇ ਫਲ ਨਹੀਂ ਲੱਗਦੇ। ਟੁੱਟੀ ਹੋਈ, ਘਸੀ ਹੋਈ ਪੁਰਾਣੀ ਉੱਨ ਇਕੱਠੀ ਕਰਕੇ ਰੇਸ਼ਮ ਨਹੀਂ ਹੰਡਾਇਆ ਜਾ ਸਕਦਾ। ਨਹੀਂ ਹੋਣਾ ਇਹ ਕੰਮ। ਔਰ ਲਕੀਰ ਹੈ, ਇੰਜ ਲਕੀਰ ਹੈ, ਨਹੀਂ ਹੋਏਗਾ ਇਹ ਕੰਮ। ਔਰ ਦੁਨੀਆ ਦੇ ਸਭ ਲੋਕਾਂ ਨੂੰ ਪਤਾ ਹੈ, ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਕੇ ਨਵੀਂ ਦਾ ਲਾਹਾ ਨਹੀਂ ਲਿਆ ਜਾ ਸਕਦਾ। ਪੁਰਾਣੀ ਪੁਰਾਣੀ ਹੈ, ਨਵੀਂ ਨਵੀਂ ਹੈ। ਜ਼ਹਿਰ ਚੋਂ ਅੰਮ੍ਰਿਤ ਦਾ ਸਵਾਦ ਨਹੀਂ ਲਿਆ ਜਾ ਸਕਦਾ, ਇਹ ਸਭ ਨੂੰ ਪਤਾ ਹੈ। ਬਾਣੀ ਦਾ ਪੱਖ ਹੈ, ਬਾਣੀ ਕਹਿੰਦੀ ਹੈ ਵਿਸ ਖਾਧੀ ਤਤਕਾਲ ਮਰ ਜਾਏ। ਜ਼ਹਿਰ ਖਾਧਾ ਤੁਰੰਤ ਮੌਤ ਹੈ, ਤੁਰੰਤ ਮੌਤ ਹੈ, ਉਸੇ ਵੇਲੇ, ਤਤਕਾਲ, ਮੌਕੇ ਤੇ। ਪਰ ਉਮੀਦਾਂ ਲੱਗਦੀਆਂ ਨੇ, ਆਸ ਰੱਖਦੇ ਆ। ਮੈਨੂੰ ਕਈ ਵਾਰੀ ਇਦਾਂ ਲੱਗਦਾ, ਕਈ ਵਾਰੀ ਨਾਰਾਜ਼ ਵੀ ਹੋ ਜਾਂਦੇ ਆ। ਜਦੋਂ ਨਵਾਂ ਸਾਲ ਚੜ੍ਹਦਾ ਨਾ, 1 ਜਨਵਰੀ ਆ ਹੁਣ ਅੱਗੋਂ ਨੇੜੇ ਨੇੜੇ ਅਸੀਂ ਜਾ ਰਹੇ ਹਾਂ, ਨਵਾਂ ਸਾਲ ਚੜ੍ਹਨਾ। ਵੇਖਾ ਵੇਖੀ ਸਾਨੂੰ ਵੀ ਇੱਥੇ ਬੈਠਿਆਂ ਨੂੰ ਕਮਲ ਜਿਹਾ ਕੁੱਦ ਪੈਂਦਾ ਵੀ ਅਸੀਂ ਵੀ ਨਵਾਂ ਸਾਲ ਪਟਾਕੇ ਤੇ ਚੀਕਾਂ ਤੇ ਖਾ ਪੀ ਕੇ ਮਨਾਈਏ। ਹੁੰਦਾ ਨਾ, ਬੜਾ ਲੋਕ ਕਰਦੇ ਆ। ਮੈਂ ਇੱਕ ਗੱਲ ਆਮ ਤੌਰ ਤੇ ਕਹਿਣਾ ਵੀ ਅਸੀਂ ਧਾਰਮਿਕ ਲੋਕ ਵੀ ਵੇਖਾ ਵੇਖੀ ਨਾ, ਥੋੜਾ ਜਿਹਾ ਰੌਲਾ ਵਧਿਆ, ਲੋਕਾਂ 'ਚ ਗੱਲ ਗਈ, ਫਿਰ ਹੋਇਆ ਵੀ ਤੁਸੀਂ ਪਟਾਕੇ ਤੇ ਚੀਕਾਂ ਤੇ ਆ ਹੋਰ ਇੱਧਰ ਉੱਧਰ ਦੇ ਜਿੰਨੇ ਸ਼ਰਾਬਾਂ ਸ਼ਰੂਬਾਂ ਪੀ ਕੇ ਨਵਾਂ ਸਾਲ ਚੜ੍ਹਨ ਵਾਲੀਆਂ ਕਹਾਣੀਆਂ, ਇਹ 'ਚੋਂ ਬਾਹਰ ਆਓ ਤੇ ਆਓ ਆਪਾਂ ਗੁਰਦੁਆਰੇ ਬਹਿ ਕੇ ਕੀਰਤਨ ਕਰ ਲਿਆ ਕਰੀਏ, ਤਾਂ ਕਿ ਇੱਕ ਪਾਸਿਓਂ ਤੋਂ ਰੋਕਿਆ ਤੇ ਜਾ ਸਕੇ। ਮੈਂ ਉਹਨਾਂ ਨੂੰ ਵੀ ਇੱਕ ਗੱਲ ਕਹਿਣਾ ਹੁੰਦਾ ਕਿ ਅਸੀਂ ਗੁਰੂ ਅੱਗੇ ਅਰਦਾਸ ਕਰ ਰਹੇ ਹਾਂ, ਸੱਚਿਆ ਪਾਤਸ਼ਾਹ ਪਿਛਲਾ ਸਾਲ ਤੁਹਾਡੀ ਰਜ਼ਾ ਮੁਤਾਬਕ ਸੁੱਖੀ ਸਾਂਦੀ ਬਤੀਤ ਹੋਇਆ। ਮਹਾਰਾਜ ਨਵਾਂ ਸਾਲ ਚੜ੍ਹਿਆ, ਤੁਹਾਡੀ ਰਜ਼ਾ 'ਚ ਸੁੱਖੀ ਸਾਂਦੀ ਇਹ ਚੱਲੇ, ਸ਼ੁਰੂ ਹੋਵੇ। ਇੱਦਾਂ ਅਰਦਾਸ ਕਰਦੇ ਨਾ। ਹੁਣ ਉਮੀਦ ਰੱਖਣੀ ਤੇ ਮਾੜੀ ਨਹੀਂ, ਮੈਂ ਨਹੀਂ ਕਹਿੰਦਾ ਮਾੜੀ ਆ, ਮਾੜੀ ਨਹੀਂ। ਪਰ ਮੈਂ ਇੱਕ ਗੱਲ ਕਹਿਣਾ, ਨਵੇਂ ਸਾਲ ਵਿੱਚ ਸੁਖੀ ਸਾਂਦੀ ਰਹੀਏ, ਖੁਸ਼ ਰਹੀਏ, ਹੱਸਦੇ ਵਸਦੇ ਰਹੀਏ, ਇਹ ਅਰਦਾਸ ਅਸੀਂ ਗੁਰੂ ਅੱਗੇ ਕਰ ਰਹੇ ਹਾਂ। ਪਰ ਜੋ ਕੁਝ 2020 ਵਿੱਚ ਸੀ ਸਾਡੇ ਨਾਲ, ਉਹ ਸਾਰਾ ਕੁਝ ਲੈ ਕੇ ਹੀ ਅਸੀਂ 21 ਵਿੱਚ ਦਾਖਲ ਹੋਏ, ਤੇ ਸੁਖੀ ਸਾਂਦੀ ਕਿੱਦਾਂ ਰਵਾਂਗੇ?
ਜਾਂ ਤੇ ਆ ਕਿ ਸਾਲ ਚੜ੍ਹਦਿਆਂ ਅਸੀਂ 2-4 ਦਿਨ ਲਾ ਕੇ ਨਿਸ਼ਾਨਦੇਹੀ ਕਰਦੇ ਵੀ ਆਹ ਗੱਲਾਂ ਆਪਣੇ ਸਮਾਜ ਦੀਆਂ ਮਾੜੀਆਂ, ਆਪਣੇ ਜੀਵਨ ਦੀਆਂ ਮਾੜੀਆਂ, ਆਹ ਵਰਤੋਂ ਵਿਹਾਰ ਗਲਤ ਸੀਗਾ, ਇਹ 2020 ਦੇ ਵਿੱਚ ਜੋ ਹੋ ਗਿਆ ਸੋ ਹੋ ਗਿਆ, ਅੱਗੋਂ ਆਪਾਂ ਸਮਾਜ ਵਾਲਿਓ ਲੋਕੋ ਆਪਾਂ ਹੁਣ ਇਦਾਂ ਕਰਨਾ। ਤੁਸੀਂ ਇਤਿਹਾਸ ਪੜ੍ਹਿਆ ਹੋਏਗਾ, ਚੇਤਾ ਹੋਏਗਾ, ਗੁਰੂ ਸਾਹਿਬ ਜੀ ਦੇ ਟਾਈਮ ਤੇ ਵੀ ਵਿਸਾਖੀ ਤੇ ਦੀਵਾਲੀ ਦੇ 2 ਮੇਲੇ ਵੱਡੇ ਲੱਗਦੇ ਰਹੇ ਜਿੱਥੇ ਗੁਰੂ ਸਾਹਿਬ ਰਹੇ। ਠੀਕ ਹੈ ਜੀ। ਤੇ ਉੱਥੇ ਵਿਸਾਖੀ ਤੇ ਦੀਵਾਲੀ ਨੂੰ ਹੁੰਦਾ ਕੀ ਸੀ ਭਲਾ? ਇਹੀ ਲੇਖਾ ਜੋਖਾ। ਆਹ ਕੰਮ ਕੌਮ ਨੇ ਕਰ ਲੈ, ਆਹ ਕੰਮ ਅੱਗੇ ਕੌਮ ਨੇ ਹੋਰ ਕਰਨੇ ਆ, ਆਪਾਂ ਸਾਰਿਆਂ ਦਾ ਨਿਸ਼ਾਨਾ ਆ ਆਇਆ ਸਾਰਾ। ਔਰ ਮਿਸਲਾਂ ਦੇ ਟਾਈਮ ਤੇ ਵੀ ਇਹ ਸਾਰਾ ਕੁਝ ਹੋਇਆ। ਭਾਈ ਮਨੀ ਸਿੰਘ ਜੀ ਦੇ ਟਾਈਮ ਤੇ ਜਦੋਂ ਉਹਨਾਂ ਦੀ ਸ਼ਹੀਦੀ ਹੋਈ, ਇਸੇ ਕਾਰਨ ਹੀ ਇਤਿਹਾਸ ਕਹਿੰਦਾ ਇਸੇ ਕਾਰਨ ਹੀ ਹੋਇਆ। ਲੇਖਾ ਜੋਖਾ ਸਾਡੇ ਲੇਖਾ ਜੋਖਾ ਹੈ ਹੀ ਕੋਈ ਨਹੀਂ। 2020 ਚ ਕੀ ਸੀ, 21 ਚ ਕੀ ਹੋਇਆ, 22 ਚੜੇਗਾ। ਚਲੋ ਸਾਂਝਾ ਛੱਡ ਦਿਓ, ਨਿੱਜੀ ਤੌਰ ਤੇ ਵੇਖਿਆ ਜਾ ਸਕਦਾ। ਗੁੱਸਾ ਬੜਾ ਸੀ, ਥੋੜਾ ਕਾਬੂ ਹੋਇਆ। ਆ ਖਰਾਬੀਆਂ ਸੀ, ਇਹਦੇ ਚ ਮੈਂ ਥੋੜਾ ਇੰਨਾ ਕੁ ਸੁਧਾਰ ਕਰ ਲਿਆ। ਕੀਤਾ ਜਾ ਸਕਦਾ ਨਾ ਜੀ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਸਾਰੀਆਂ ਨਹੀਂ ਤੇ ਥੋੜਾ ਨਹੀਂ ਫੇਰਿਆ ਝਾੜੂ, ਕੋਈ ਗੱਲ ਨਹੀਂ, ਝਾੜੂ ਹੱਥ ਵਿੱਚ ਤਾਂ ਫੜ ਲਈਏ, ਪਤਾ ਤੇ ਲੱਗੇ ਵੀ ਹੈਗਾ ਇਹਨਾਂ ਕੋਲ, ਫੇਰ ਸਕਦੇ ਕਿਸੇ ਵੇਲੇ, ਫੜ ਹੀ ਲਈਏ। ਤਾਂ ਗੁਰੂ ਦੇ ਹੁਕਮ ਦਾ, ਗੁਰੂ ਦੇ ਸ਼ਬਦ ਦਾ ਝਾੜੂ ਫੜ ਲਈਏ, ਹੁੰਜਿਆ ਜਾ ਸਕਦਾ ਆ। ਤਾਂ ਲੇਖਾ ਜੋਖਾ ਕਰਿਆ ਕਰੀਏ ਆਪਾਂ। ਹਾਂਜੀ। ਪਹਿਲਾ ਦੂਜਾ ਨਾ ਲੈ ਆਣੇ ਦੋਸਤੀ, ਕਦੇ ਨਾ ਆਵੇ ਰਾਸ, ਜਿਹਾ ਜਾਣੈ ਤੇ ਹੋਵਤੈ, ਵੇਖੋ ਕੋ ਨਿਰਜਾਸ। ਵਾਹ ਵਾਹ। ਵਸਤੂ ਅੰਦਰ ਵਸਤ ਸੁਣਾਵੈ, ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਪਣੈ ਅਰਦਾਸ। ਕੂੜ ਕਮਾਣੈ ਕੂੜੋ ਹੋਵੈ, ਨਾਨਕ ਸਿਫਤ ਵਿਗਾਸ। ਮਹਿਲਾ ਦੂਜਾ ਨਾ ਲੈ ਆਣੇ ਦੋਸਤੀ, ਵੱਡਾ ਰੂ ਸਿਉ ਨੇ, ਪਾਣੀ ਅੰਦਰ ਲੀਕ ਜਿਉ, ਤਿਸ ਦਾ ਥਾਉ ਨਾ ਥੇ। ਮਹਿਲਾ ਦੂਜਾ ਹੋਏ ਆਣਾ ਕਰੇ ਕੰਮ, ਆਣ ਨਾ ਸਕੈ ਰਾਸ, ਜੇ ਇੱਕ ਅਧ ਚੰਗੀ ਕਰੇ, ਦੂਜੀ ਪੀਵੇ ਰਾਸ। ਹੌਲੀ ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਪਾਏ, ਹੁਰਮਤ ਤਿਸਨੂੰ ਅਗਲੀ, ਉਹ ਵਜੋਂ ਫੇ ਦੂਣਾ ਖਾਏ। ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਵਜੋਂ ਗਵਾਏ ਅਗਲਾ, ਮੋਹੇ ਮੋਹ ਪਾਣਾ ਖਾਏ। ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਏ ਸ਼ਾਬਾਸ਼, ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੈ ਅਰਦਾਸ। ਸ਼ਲੋਕ ਮਹਿਲਾ ਦੂਜਾ ਏਕ ਨੇ ਹੀ ਦਾਤ, ਆਪਸ ਤੇ ਜੋ ਪਾਈਐ, ਨਾਨਕ ਸਾਖ ਮਾਤ, ਸਾਹਿਬ ਤੁਠੈ ਜੋ ਮਿਲੈ। ਮਹਿਲਾ ਦੂਜਾ ਏਕ ਨੇ ਹੀ ਚਾਕਰੀ, ਜਿਤ ਭਉ ਖਸਮ ਨਾ ਜਾਏ, ਨਾਨਕ ਸੇਵਕ ਕਾਢੀਐ, ਜੇ ਸੇਤੀ ਖਸਮ ਸਮਾਏ। ਪੌੜੀ ਨਾਨਕ ਅੰਤ ਨਾ ਜਾਪਣੀ, ਹਰ ਤਾਂ ਕੇ ਪਾਰਾਵਾਰ,
ਆਪ ਕਰਾਏ ਸਾਖਤੀ, ਫਿਰ ਆਪ ਕਰਾਏ ਮਾਰ। ਇਕ ਨਾ ਗਲੀ ਤੰਜੀਰੀਆਂ, ਇਕ ਤੋਈ ਚੜ੍ਹੇ ਵਿਸਿਆਰ। ਆਪ ਕਰਾਏ ਕਰੇ ਆਪ, ਹਉ ਕੈਸਿਉ ਕਰੀ ਪੁਕਾਰ। ਨਾਨਕ ਕਰਣਾ ਜਿਨ ਕੀਆ, ਫਿਰ ਤਿਸ ਹੀ ਕਰਨੀ ਸਾਰ। ਸ਼ਲੋਕ ਪਹਿਲਾ ਪਹਿਲਾ। ਆਪੇ ਭਾਂਡੇ ਸਾਜਨ, ਆਪੇ ਪੂਰਨ ਦੇ। ਇਕ ਨੀ ਦੁੱਧ ਸਮਾਈਐ, ਇਕ ਚੁੱਲ੍ਹੇ ਰਹਿਣ ਚੜੇ। ਇਕ ਨਿਹਾਲੀ ਪੈ ਸਵਨ, ਇਕ ਉੱਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ। ਪਹਿਲਾ ਦੂਜਾ। ਭਾਂਡੇ ਸੱਚੇ ਸਾਹਿਬ ਨੇ ਆਪ ਸਾਜਿਆ, ਸਰੀਰ ਰੂਪ ਭਾਂਡੇ। ਔਰ ਭਾਂਡੇ ਜਦੋਂ ਘੁਮਿਆਰ ਬਣਾਉਂਦਾ ਹੈ, ਉਹ ਕਈ ਤਰ੍ਹਾਂ ਦੇ ਭਾਂਡੇ ਬਣਾਈ ਜਾਂਦਾ, ਕਈ ਤਰ੍ਹਾਂ ਦੇ। ਕਈ ਭਾਂਡੇ ਆ, ਜਿਵੇਂ ਮੰਨ ਲਓ ਘੜਾ ਆ, ਉਹ ਬਣਾਏ ਤੇ ਉਹਨੇ ਸਾਰੇ ਇੱਕੋ ਜਿਹੇ ਇੱਕੋ ਜਿਹੀ ਮਿੱਟੀ ਨਾਲ ਘੜੇ ਹੀ ਬਣਾਏ ਆ। ਹੋਰ ਵੀ ਉਹਨੇ ਛੋਟੇ ਮੋਟੇ ਬਹੁਤ ਸਾਰੇ ਬਰਤਨ ਬਣਾਏ ਨੇ। ਮੰਨ ਲਓ ਆਪਾਂ ਗੱਲ ਕਰ ਰਹੇ ਘੜੇ ਬਣਾਏ, ਇੱਕੋ ਜਿਹੀ ਮਿੱਟੀ ਨਾਲ ਇੱਕੋ ਜਿਹਾ ਹੀ ਢੰਗ ਤਰੀਕਾ ਵਰਤ ਕੇ ਉਹਨੇ ਇੱਕੋ ਜਿਹੇ ਸਾਈਜ਼ ਦੇ ਸਾਰੇ ਬਣਾਏ। ਉਹਨੇ ਆਪਣੇ ਰੇੜੇ ਤੇ ਰੱਖੇ, ਉਹ ਗਲੀਆਂ 'ਚ ਵੇਚ ਆਇਆ, ਜਾ ਕੇ ਹੋਕਾ ਦੇ ਕੇ ਵੇਚ ਆਇਆ। ਲੋੜ ਦੇ ਮੁਤਾਬਕ ਲੋਕਾਂ ਨੇ ਉਹ ਭਾਂਡੇ ਖਰੀਦ ਲਏ। ਹੁਣ ਉਹ ਖਰੀਦੇ ਹੋਏ ਭਾਂਡੇ, ਘੜਾ ਜਿਹੜਾ ਉਹਨਾਂ ਨੇ ਖਰੀਦਿਆ, ਬਰਤਨ ਜਿਹੜੇ ਖਰੀਦੇ ਆ, ਹੁਣ ਘਰ ਵਾਲਿਆਂ ਦੀ ਮਰਜ਼ੀ ਆ ਨਾ ਕਿ ਘੁਮਿਆਰ ਦੀ ਮਰਜ਼ੀ ਆ? ਨਹੀਂ, ਘੁਮਿਆਰ ਭਾਂਡੇ ਵੇਚੇ ਆ, ਮਰਜ਼ੀ ਘਰ ਵਾਲਿਆਂ ਦੀ ਆ। ਉਹਦੇ 'ਚ ਕੀ ਪਾਉਣਾ ਉਹਨਾਂ ਨੇ? ਉਹਦੇ 'ਚ ਦੁੱਧ ਪਾ ਕੇ ਵੀ ਰੱਖਿਆ ਜਾ ਸਕਦਾ, ਉਹਦੇ 'ਚ ਗੁੜ ਪਾ ਕੇ ਵੀ ਰੱਖਿਆ ਜਾ ਸਕਦਾ, ਉਹਦੇ 'ਚ ਕੋਈ ਕੰਮ ਦਾ ਬੀਜ ਪਾ ਕੇ ਵੀ ਸੰਭਾਲਿਆ ਜਾ ਸਕਦਾ। ਉਹਨੂੰ ਚੁੱਲ੍ਹੇ ਤੇ ਰੱਖ ਕੇ ਤੱਤਾ ਪਾਣੀ ਰੱਖ ਦਿਓ, ਸੜਦਾ ਰਹੇ, ਉਬਲਦਾ ਰਹੇ। ਉਹ ਸੜਨ ਲਈ ਵੀ ਰੱਖਿਆ ਜਾ ਸਕਦਾ। ਭਾਂਡਾ ਤਾਂ ਭਾਂਡਾ ਹੀ ਆ ਨਾ। ਘਰ ਵਾਲਿਆਂ ਨੇ ਕੀ ਪਾਇਆ ਤੇ ਕਿੱਥੇ ਰੱਖਿਆ, ਇਹ ਮਰਜ਼ੀ ਉਹਨਾਂ ਦੀ ਆ। ਸਰੀਰ ਰੂਪ ਭਾਂਡੇ ਸੱਚੇ ਸਾਹਿਬ ਨੇ ਸਾਜੇ ਆ, ਤੇ ਇਹਨਾਂ ਭਾਂਡਿਆਂ 'ਚ ਹੁਣ ਕੀ ਪਾਇਆ, ਤੇ ਇਹ ਭਾਂਡੇ ਕਿਦਾਂ ਦੇ ਆ, ਤੇ ਇਹ ਭਾਂਡੇ ਹੁਣ ਚੁੱਲ੍ਹੇ ਤੇ ਆ ਕਿ ਭਾਂਡੇ ਕਿਸੇ ਥਾਂ ਤੇ ਵਿਸ਼ੇਸ਼ ਤੇ ਰੱਖੇ ਹੋਏ ਆ। ਇਹ ਤੇ ਹੁਣ ਸਾਡੇ ਹੱਥ ਆ ਨਾ ਭਾਂਡਾ। ਬਰਤਨ ਤਾਂ ਸਾਡੇ ਕੋਲ ਆ ਨਾ। ਬਰਤਨ ਤੇ ਹੈ, ਭਾਂਡਾ ਤੇ ਹੈ। ਤੇ ਸਤਿਗੁਰੂ ਇੱਕ ਰਾਏ ਦਿੰਦੇ ਨੇ, ਇੱਕ ਸੁਝਾਅ ਦਿੰਦੇ ਨੇ, ਤੇ ਕਹਿੰਦੇ ਆ ਚੱਲ ਕੋਈ ਨਹੀਂ, ਜਿੱਦਾਂ ਦਾ ਵੀ ਹੈਗਾ ਨਾ, ਇਹਨੂੰ ਥੋੜਾ ਜਿਹਾ ਸਵਾਰ ਲਾ, ਸੰਭਾਲ ਲਾ, ਵਧੀਆ ਜਿਹਾ ਬਣਾ ਲਾ, ਮਿੱਟੀ ਮੁੱਟੀ ਇਹਦੀ ਲਾ, ਇਹਨੂੰ ਗਿਆਨ ਦੀ ਧੁੱਪ ਲਵਾ ਕੇ ਨਾ ਫਿਰ ਲੈ ਕੇ ਆ, ਇਹਦੇ 'ਚ ਆਪਾਂ ਨਾਮ ਅੰਮ੍ਰਿਤ ਪਾਈਏ। ਪੜ੍ਹਦੇ ਹੀ ਹੋਣੇ ਤੁਸੀਂ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ। ਦੁੱਧ ਨੂੰ ਤਾਂ ਜਾਇਓ। ਨਾਲ ਫਿਰ ਸਪਸ਼ਟ ਕੀਤਾ, ਦੂਧ ਕਰਮ। ਮੱਝਾਂ ਗਾਵਾਂ ਦੁੱਧ ਦਿੰਦੀਆਂ, ਉਹਦੀ ਗੱਲ ਨਹੀਂ। ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ਼ ਜਮਾਵੋ। ਏਦਾਂ ਇਹਨੂੰ ਜਾਗ ਵੀ ਲਾਉਣੀ ਆ। ਪਰ ਪਹਿਲਾਂ ਜਾਗ ਤੋਂ ਪਹਿਲਾਂ, ਦੁੱਧ ਤੋਂ ਪਹਿਲਾਂ ਭਾਂਡੇ ਨੂੰ ਸਵਾਰ ਲਓ, ਤਾਂ ਕਿ ਉਹ ਦੁੱਧ ਦੇ ਕਾਬਲ ਬਣ ਜਾਏ। ਹੁਣ ਇਹ ਫਿਰ ਸਾਡੀ ਮਰਜ਼ੀ ਹੋਈ ਨਾ।
ਸਤਿਗੁਰੂ ਤਾਂ ਕਹਿ ਰਹੇ ਇਸ ਭਾਂਡੇ 'ਚ ਕੀ ਪਾਉਣਾ ਤੂੰ, ਤੇਰੀ ਮਰਜ਼ੀ ਆ, ਪਵਾ ਲਾ ਜੋ ਪਵਾਉਣਾ, ਤੇਰੀ ਮਰਜ਼ੀ ਆ। ਜਿਨ ਕਉ ਭਾਂਡੈ ਭਾਉ ਤਿੰਨਾ ਸਵਾਰ ਸੀ। ਜਿਨ੍ਹਾਂ ਦੇ ਭਾਂਡੇ 'ਚ ਪ੍ਰੇਮ ਆ ਨਾ, ਉਹਨਾਂ ਨੂੰ ਸਵਾਰ ਵੀ ਦਿੰਦਾ ਆ। ਨਹੀਂ ਸਵਾਰਨਾ ਆਉਂਦਾ ਫਿਰ ਸਵਾਰ ਵੀ ਦਿੰਦਾ, ਪਰ ਭਾਂਡੇ 'ਚ ਭਾਉ ਚਾਹੀਦਾ ਆ। ਤੇ ਜੇ ਭਾਂਡੇ ਨੂੰ ਧੋਣਾ ਹੋਵੇ ਤੇ ਭਾਂਡਾ ਹੱਥੋਂ ਭੱਜੇ। ਭਾਂਡੇ ਨੂੰ ਧੋਣਾ ਹੋਵੇ ਤੇ ਭਾਂਡਾ ਹੱਥੋਂ ਭੱਜੇ, ਵਾਰ-ਵਾਰ ਭੱਜੇ, ਅੱਗੇ ਲਾ ਕੇ ਭੱਜੇ, ਖਹਿੜਾ ਛਡਾ ਭੱਜੇ। ਕੀ ਉਹ ਭਾਂਡਾ ਧੋਤਾ ਜਾ ਸਕਦਾ? ਨਹੀਂ ਧੋਤਾ ਜਾ ਸਕਦਾ। ਭਗਤ ਨਾਮਦੇਵ ਸਾਹਿਬ ਨੇ ਗੁਰੂ ਸਾਹਿਬ ਜੀ ਨੂੰ, ਅਕਾਲ ਪੁਰਖ ਜੀ ਨੂੰ ਵਡਿਆਉਂਦਿਆਂ ਹੋਇਆਂ ਇੱਕ ਸ਼ਬਦ ਵਰਤਿਆ। ਆਖਣ ਲੱਗੇ ਕੱਪੜੇ ਗੰਦੇ ਹੁੰਦੇ ਆ, ਗੰਦੇ ਕੱਪੜੇ ਧੋਬੀ ਇਕੱਠੇ ਕਰਦਾ ਰਹਿੰਦਾ। ਗੰਦੇ ਕੱਪੜੇ ਧੋਬੀ ਇਕੱਠੇ ਕਰਦਾ ਰਹਿੰਦਾ, ਤੇ ਇਕੱਠੇ ਕਰਕੇ ਗੰਦੇ ਕੱਪੜੇ ਇਕੱਠੇ ਕਰਕੇ ਫਿਰ ਪੰਡ ਬੰਨ ਕੇ ਸਿਰ ਤੇ ਚੁੱਕ ਕੇ ਉਹ ਘਾਟ ਤੇ ਲੈ ਕੇ ਜਾਂਦਾ, ਨਦੀ ਦੇ ਘਾਟ ਤੇ। ਉੱਥੇ ਫਿਰ ਸਾਬਣ ਸਰਫ ਲਾ ਕੇ ਨਾ ਉਹਨਾਂ ਨੂੰ ਰਗੜ ਕੇ, ਉਹਨਾਂ ਪੱਥਰਾਂ ਦੇ ਨਾਲ ਮਾਰ ਕੇ ਉਹਨਾਂ ਚੋਂ ਮੈਲ ਕੱਢਦਾ ਰਹਿੰਦਾ ਤੇ ਸੁਕਾ ਕੇ ਇਕੱਠੇ ਕਰਦਾ ਰਹਿੰਦਾ। ਫਿਰ ਪਿੱਛੋਂ ਜਿਹੜੀ ਧੋਬਣ ਆ ਨਾ, ਨਾਲੇ ਉਹ ਧੋਬੀ ਲਈ ਰੋਟੀ ਲੈ ਕੇ ਜਾਂਦੀ ਆ, ਤੇ ਪਿੱਛੋਂ ਜਿਹੜੇ ਘਰ ਹੋਰ ਕੱਪੜੇ ਇਕੱਠੇ ਹੋਏ ਉਹਨਾਂ ਸਾਰਿਆਂ ਨੂੰ ਗੱਡੀ ਤੇ ਲੱਦਦੀ ਆ, ਰੇਹੜੀ ਤੇ ਲੱਦਦੀ ਆ, ਤੇ ਖੋਤੇ ਨੂੰ ਜੋ ਕੇ ਉਹ ਘਾਟ ਵਾਲੇ ਪਾਸੇ ਨੂੰ ਤੁਰਦੀ ਆ। ਜਿਹੜੇ ਕੱਪੜੇ ਬਾਅਦ ਵਿੱਚ ਆਏ ਉਹ ਲੈ ਕੇ ਉਹ ਵੀ ਉੱਥੇ ਜਾਂਦੀ ਆ, ਤਾਂ ਕਿ ਉਹ ਧੋਬੀ ਧੋ ਰਿਹਾ ਇਹ ਵੀ ਧੋਤੇ ਜਾਣ। ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਧੋਬੀ ਤੇ ਘਾਟ ਤੇ ਬੈਠਾ ਆ। ਹੁਣ ਜੇ ਕੱਪੜੇ ਦੇਵਾਂਗੇ ਤੇ ਧੋਊਗਾ ਨਾ, ਕਿਉਂ ਜੀ? ਜੇ ਦੇਵਾਂਗੇ ਤੇ ਧੋਊਗਾ ਨਾ, ਜੇ ਕੱਪੜੇ ਫੜਾਵਾਂਗੇ ਤੇ ਧੋਊਗਾ ਨਾ। ਸਤ ਸੰਗਤ ਦੇ ਘਾਟ ਤੇ ਬੈਠਾ ਗੁਰੂ ਸਾਡੇ ਕੱਪੜੇ ਧੋ ਰਿਹਾ ਹੈ। ਔਰ ਜੇ ਸ਼ਬਦ ਤੁਸੀਂ ਪੜ੍ਹਨਾ ਹੋਇਆ ਤੇ ਘਰੇ ਜਾ ਕੇ ਸਾਰਾ ਸ਼ਬਦ ਵੀ ਪੜ੍ਹ ਲਿਓ। ਸਹਿਜ ਅਵਲ ਧੂੜ ਮਨੀ ਗਾਡੀ ਚਾਲਤੀ, ਪਿੱਛੇ ਤਿਨਕਾ ਲੇਕਰ ਹਾਂਕਤੀ, ਜੈਸੇ ਪਨਕਤ ਥਰੂਟਟ ਹਾਂਕਤੀ, ਸਰ ਧੋਵਣ ਚਾਲੀ ਲਾਡਲੀ ਰਹਾਓ। ਅਗਲੀਆਂ ਦੋ ਲਾਈਨਾਂ ਕਹਿੰਦੇ ਨੇ, ਧੋਬੀ ਧੋਵੈ ਬਿਰਹਿ ਬਿਰਾਤਾ, ਰੱਬ ਦੇ ਪਿਆਰ ਵਿੱਚ ਭਿੱਜਾ ਹੋਇਆ ਧੋਬੀ ਗੁਰੂ ਕੱਪੜੇ ਧੋ ਰਿਹਾ। ਧੋਬੀ ਧੋਵੈ ਬਿਰਹਿ ਬਿਰਾਤਾ, ਹਰ ਚਰਨ ਮੇਰਾ ਮਨ ਰਾਤਾ। ਧੋਬੀ ਦੇ ਕੱਪੜੇ ਧੋ ਰਿਹਾ, ਧੋਬੀ ਤੇ ਉਡੀਕਦਾ, ਲਾ ਜਾਓ ਮੈਲ ਕਢਵਾ ਕੇ, ਸਾਫ ਸੁਥਰੇ ਕੱਪੜੇ ਪਾ ਕੇ ਸੋਹਣੇ ਬਣ ਜਾਓ। ਤੇ ਜੇ ਹੁਣ ਜਿੱਦਾਂ ਨਿਆਣੇ ਜਿੱਦ ਕਰ ਲੈਂਦੇ ਆ, ਮਾਂ ਨੇ ਨਵਾਉਣਾ ਹੋਵੇ ਉਹ ਭੱਜਾ ਫਿਰਦਾ, ਮੈਂ ਨਹੀਂ ਨਹਾਉਣਾ, ਚੀਕਾਂ ਚਾਂਗਰਾਂ ਹੁੰਦਾ ਨਾ, ਖਾਸ ਕਰਕੇ ਐਤਵਾਰ ਨੂੰ। ਵੈਸੇ ਤਾਂ ਹੁਣ 1.5 ਸਾਲ ਹੋ ਗਿਆ, ਲੰਬਾ ਹੀ ਹੋ ਗਿਆ, ਐਤਵਾਰ ਛੁੱਟੀਆਂ ਹੀ ਆ, ਤਾਂ ਉਹ ਭੱਜਾ ਫਿਰਦਾ, ਮੈਂ ਨਹੀਂ ਨਹਾਉਣਾ। ਉਹ ਵਿਚਾਰੀ ਮਗਰ ਕੰਮ ਛੱਡ ਕੇ ਭੱਜੀ ਫਿਰਦੀ ਹੈ ਵੀ ਨਹਾ ਲਾ ਆ ਇੱਧਰ। ਲਾਲਚ ਲੋਚ ਵੀ ਕਈ ਵਾਰੀ ਦਿੰਦੀ, ਨਹੀਂ ਮੰਨਦਾ। ਹੁਣ ਉਹਦੀ ਬੇਸਮਝੀ ਆ ਨਾ, ਉਹ ਬੇਸਮਝੀ ਕਰਕੇ ਇਸ ਮਸਲੇ ਤੇ ਜਿੱਦ ਕਰ ਰਿਹਾ, ਮੈਂ ਨਹੀਂ ਨਹਾਉਣਾ। ਤੇ ਮਾਂ ਕੋਲ ਸਮਝ ਆ, ਹਾਲਾਂਕਿ ਮਾਂ ਨੂੰ ਕੁਝ ਨਹੀਂ ਮਿਲਣਾ, ਨਹੀਂ ਨਹਾਉਂਦਾ ਤੇ ਨਾ ਸਹੀ, ਲਿਬੜਿਆ ਤਾਂ ਲਿਬੜਿਆ ਰਵੇ, ਪਰ ਮਾਂ ਦੀ ਇੱਕ ਸਮਝ ਕੰਮ ਕਰਦੀ ਆ। ਜੇ ਲਿਬੜਿਆ ਰਹੇਗਾ, ਜੇ ਗੰਦਾ ਮੰਦਾ ਰਹੇਗਾ, ਜੇ ਇਹਦੇ ਕੱਪੜੇ ਇਦਾਂ ਰਹਿਣਗੇ, ਜੇ ਇਹਦੇ ਵਾਲ ਖਿਲਰੇ ਰਹਿਣਗੇ, ਜਿਹੜਾ ਵੇਖੇਗਾ ਉਹ ਆਖੇਗਾ ਮਾਂ ਇਹਨੂੰ ਨਿਆਣਾ ਨਹੀਂ ਸੰਭਾਲਣਾ ਆਉਂਦਾ। ਜ਼ਿੰਮੇਵਾਰੀ ਆ ਨਾ। ਔਰ ਜਦੋਂ ਕਦੀ ਬਾਣੀ ਪੜ੍ਹਦੇ ਆ, ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀਆਂ ਕਮਾਲ ਦੀਆਂ ਉਦਾਹਰਣਾਂ ਦਿੱਤੀਆਂ। ਆਖਣ ਲੱਗੇ ਬਸ ਗੁਰੂ ਵੀ ਇਦਾਂ ਹੀ ਸਿੱਖ ਕੋਲੋਂ ਉਮੀਦ ਕਰਦਾ ਆ ਤੈਨੂੰ ਸਵਾਰ ਦਿਆਂ, ਆ ਤੈਨੂੰ ਧੋ ਦਿਆਂ, ਆ ਤੇਰੀ ਮੈਲ ਕੱਢ ਦਿਆਂ। ਪਰ ਇੱਕ ਇਹ ਚੰਦਰਾ ਆ, ਇਹ ਭੱਜਾ ਹੀ ਫਿਰਦਾ, ਦੌੜਿਆ ਹੀ ਫਿਰਦਾ,
ਹੱਥ ਆਉਂਦਾ ਹੀ ਨਹੀਂ, ਕਾਲੀ ਕਾਲੀ ਆ ਕੇ ਨਿਕਲ ਜਾਂਦਾ, ਤਿਆਰ ਹੀ ਨਹੀਂ ਇਸ ਮਸਲੇ ਲਈ। ਹਾਲਾਂਕਿ ਗੁਰੂ ਦਾ ਕੁਝ ਨਹੀਂ ਘਟਦਾ, ਗੁਰੂ ਦਾ ਕੁਝ ਨਹੀਂ ਘਟਦਾ, ਗੁਰੂ ਨੂੰ ਫਰਕ ਨਹੀਂ ਪੈਂਦਾ, ਗੁਰੂ ਨੂੰ ਕੁਝ ਨਹੀਂ ਮਿਲਣਾ। ਪਰ ਕਿਉਂਕਿ ਸਾਡੇ ਨਾਂ ਨਾਲ ਗੁਰ ਸਿੱਖ ਲੱਗਾ ਆ ਨਾ, ਗੁਰੂ ਦਾ ਸਿੱਖ ਲੱਗਾ ਆ, ਤਾਂ ਫਿਰ ਗੁਰੂ ਦਾ ਫਰਜ਼ ਬਣਦਾ, ਗੁਰੂ ਫਰਜ਼ ਨਿਭਾਉਣ ਲਈ ਹਰ ਵੇਲੇ ਤਾਂਗ ਵਿੱਚ ਆ ਜਾਏ ਤੇ ਨਵਾ ਦਿਆਂ, ਲਿਬੜਿਆ ਹੋਏਗਾ, ਕਹਿਣਗੇ ਆ ਗੁਰੂ ਦਾ ਸਿੱਖ ਆ। ਗੁਰੂ ਹਰ ਵੇਲੇ ਉਡੀਕ ਰਿਹਾ। ਤਾਂ ਮੈਲੇ ਰਹਿਣਾ, ਲਿਬੜੇ ਰਹਿਣਾ, ਜਿੱਦ ਫੜੀ ਛੱਡਣੀ ਆ, ਇਹ ਹੁਣ ਸਾਡੇ ਵੱਸ ਆ। ਜਾਂ ਮਾੜੀ ਜੀ ਆਵਾਜ਼ ਤੇ ਬੀਬੇ ਪੁੱਤ ਬਣ ਕੇ ਬਹਿ ਜਾਣਾ, ਵੀ ਲੈ ਜਿੱਦਾਂ ਤੈਨੂੰ ਠੀਕ ਲੱਗਦਾ ਨਵਾ ਦੇ, ਜੋ ਕੱਪੜੇ ਚਾਹੀਦੇ ਆ ਤੂੰ ਪਾ ਦੇ। ਇਹ ਤਾਂ ਸਾਡੇ ਵੱਸ ਆ ਨਾ। ਮਾਤਾ ਪ੍ਰੀਤ ਕਰੇ, ਗੁਰੂ ਰਾਮਦਾਸ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਜਿਵੇਂ ਮਾਂ ਬੱਚੇ ਦੇ ਮੂੰਹ 'ਚ ਬੁਰਕੀਆਂ ਪਾਉਂਦੀ ਆ ਤੇ ਖੁਸ਼ ਹੋਈ ਜਾਂਦੀ ਆ ਨਾ, ਜਿੱਦਾਂ ਮੱਛੀ ਪਾਣੀ 'ਚ ਤਾਰੀਆਂ ਲਾਉਂਦੀ ਹੋਈ ਖੁਸ਼ ਹੁੰਦੀ ਆ ਨਾ, ਇਦਾਂ ਹੀ ਗੁਰੂ ਸਿੱਖ ਦੇ ਮੂੰਹ 'ਚ ਤੇ ਉਪਦੇਸ਼ ਦੀਆਂ ਗਰਾਈਆਂ ਦੇ ਕੇ ਖੁਸ਼ ਹੋ ਰਿਹਾ। ਔਰ ਉਪਮਾ ਵੇਖੋ ਕਿੱਥੋਂ ਲਿਆਂਦੀ ਆ, ਮਾਂ ਪੁੱਤ ਤੋਂ ਲੈ ਕੇ ਗੁਰੂ ਤੱਕ ਲੈ ਕੇ ਆਏ। ਤੇ ਮਾਂ ਪੁੱਤ ਦੀ ਕਹਾਣੀ ਕਿਹਨੂੰ ਨਹੀਂ ਸਮਝ ਲੱਗਦੀ, ਇਹ ਅਰਥ ਕਿਹਨੂੰ ਭੁੱਲੇ ਹੋਏ ਆ। ਔਰ ਇਸ ਵਰਤਾਰੇ ਨੂੰ ਇੱਥੋਂ ਚੁੱਕ ਕੇ ਲਿਆ ਕੇ ਮਹਾਰਾਜ ਆਂਦੇ ਨੇ, ਇਦਾਂ ਹੀ ਗੁਰੂ ਸਿੱਖ ਦੇ ਮੂੰਹ 'ਚ ਬੁਰਕੀਆਂ ਪਾਉਂਦਾ ਹੈ। ਤੇ ਜੇ ਹੁਣ ਸਿੱਖ ਦੇ ਮੂੰਹ 'ਚ ਬੁਰਕੀਆਂ ਪੈਣ ਤੇ ਸਿੱਖ ਥੂ ਥੂ ਕਰੇ, ਹੁਣ ਇਲਾਜ ਥੋੜਾ ਆ। ਇਹ ਜਾਣ ਬੁੱਝ ਕੇ ਉਲਟੀਆਂ ਕਰੇ, ਹੁਣ ਇਹ ਫਿਰ ਇਹਦਾ ਕੀ ਕੀਤਾ ਜਾਏ। ਹੁਣ ਆ ਗੁਰੂ ਸੱਚੀ ਮਾਂ ਵਾਂਗ, ਧੋਬੀ ਵਾਂਗ, ਜਿਹੜੀਆਂ ਅਸੀਂ ਗੱਲਾਂ ਸਤਿਗੁਰੂ ਦੀ ਬਾਣੀ 'ਚ ਵੇਖ ਰਹੇ ਹਾਂ, ਸੱਚੀ ਸਾਨੂੰ ਇਦਾਂ ਸਵਾਰ ਦੇਣਾ ਚਾਹੁੰਦਾ ਆ। ਔਰ ਭਾਂਡੇ ਸਾਰੇ ਹੀ ਸਾਡੇ ਸੋਹਣੇ ਆ, ਸੱਚੇ ਸਾਹਿਬ ਨੇ ਆਪਣੀ ਰਜਾ 'ਚ ਬਣਾਏ ਆ। ਸਾਰੇ ਹੀ ਭਾਂਡੇ ਯੋਗ ਨੇ, ਕੋਈ ਭਾਂਡਾ ਮਾੜਾ ਨਹੀਂ। ਸਾਰਿਆਂ ਭਾਂਡਿਆਂ 'ਚ ਉੱਤਮ ਵਸਤੂ ਪੈ ਸਕਦੀ ਆ, ਸਿਰਫ ਕਮੀ ਸਾਡੇ 'ਚ ਆ। ਹਾਂਜੀ, ਪਹਿਲਾ ਦੂਜਾ ਆਪੇ ਸਾਜੇ ਕਰੇ ਆਪ, ਜਾਈ ਨੇ ਰੱਖੇ ਆਪ, ਇਸ ਵਿੱਚ ਜਲਤੋਂ ਪਾਏ ਗਏ, ਦੇਖੈ ਥਾਪ ਉਥਾਪ, ਕਿਸ ਨੂੰ ਕਹੀਏ ਨਾਨਕਾ, ਸਭ ਕਿਛ ਆਪੇ ਆਪ। ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀ, ਦੇਜੀਆਂ ਰਿਜ਼ਕ ਸੰਭਾਲ। ਸਾਈ ਕਾਰ ਕਮਾਵਣੀ, ਤੁਰ ਛੋਟੀ ਤਿਨੈ ਪਾਏ, ਨਾਨਕ ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੇ ਤਿਸੈ ਜਾਏ, ਸੋ ਕਰੇ ਜੇ ਤਿਸੈ ਰਜ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, 24 ਪੌੜੀਆਂ ਦੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਆਸਾ ਰਾਗ ਦੀ ਇਹ ਵਾਰ ਇੱਥੇ ਸਮਾਪਤ ਹੈ। ਔਰ ਇਸ ਤੋਂ ਬਾਅਦ ਅਗਲੀ ਵਾਰ 6ਵੀਂ ਵਾਰ, 22 ਵਾਰਾਂ ਚੋਂ 6ਵੀਂ ਵਾਰ ਆਪਾਂ ਕੱਲ ਨੂੰ ਆਰੰਭ ਕਰਾਂਗੇ। ਆਪ ਜੀ ਨੇ ਟਾਈਮ ਸਿਰ ਪਹੁੰਚਣਾ।